प्रभाती महला पहला। मस्त कराओ मूर्ख जग कहिया, अदक बकाओ तेरी लिवरहिया। भूल चूक तेरा दरबार, नाम बिना कैसे आचार। ऐसे झूठ मुठे संसारा, निंदक निंदा मुझे प्यारा रहा। वाहिगुरु जी का खालसा, वाहिगुरु जी की फतेह। कोट ब्रह्मंडां दे मालक, जुग जुगी अटल शब्द अवतार, दसम पातशाही की आत्मक जोत। धन धन सतगुरु श्री गुरु ग्रंथ साहिब सच्चे पातशाह जी महाराज जी दी पवित्र पावन हजूरी दे विच जुड़ मिल बैठी गुरु रूप गुरु खालसा साध संगत जीओ। आओ बड़े प्यार हर सत्कार दे नाल अमृत बाणी हर हर तेरी सुन सुन होवे परम गत मेरी। जलन बुझी शीतल हुए मनुआ सतगुर का दर्शन पाए जियो। सतगुरां दी पवित्र अमृत बाणी की कथा विचार बड़े प्यार सत्कार नाल 7 वज के ते 20 मिनट तक सरवण करो जी। गज के कह दो सतनाम श्री वाहिगुरु जी। सतनाम श्री वाहिगुरु साहिब जी। प्रभाती महला पहला। पहले पातशाह धन धन सतगुरु श्री गुरु नानक देव साहिब जी महाराज प्रभाती राग दे विच शुभ पावन उपदेश की बख्शिश कर रहे ने। मस्त कराओ मूर्ख जग कहिया। हे प्रभु जे मैं चुप करके रहिंदा हाँ तां संसार विच मैं बेसमझ आखिया जांदा हाँ। लोग समझदे कि इनू तां गल करन दा ही नहीं पता है। दुनिया मूर्ख समझदी है। चुप करके बैठे रहो तां कहंदे ने भी ये मूर्ख है, इनू नहीं कुछ भी आउंदा। जे तुसीं कोई गल करन लग पाओ कहंदे तां बहुता बड़बड़ करदा है। दुनिया मतलब किसी पासे भी पूरी नहीं है। अदक बकाओ तेरी लिवरहिया। महाराज जेकर मैं ज्यादा बोलदा है तो तेरी प्रीति रह जाती है। मतलब जेड़ा बहुतियां गल्लां करन वाला वो नाम कित्थे जपूगा। जिन्ना चिर इंसान चुप नहीं करता आपकी जबान नू कंट्रोल च नहीं करता उन्ना चिर बाणी की पढ़ूगा नाम की जपूगा। जेकर बहुता बोलदा हाँ एक तो लोग कहते ने भी ये बड़ कर रही है, तेरी हरी वलों लिव रही हुई है, तू बकवास ही करता रहिंदा। एक रब वलों भी बंदा झूठा पैंदा है। इस वास्ते जिथे बोलन हारी है तिथे चंगी चुप। चुप है चंगा नानका विण नावे मोहे गंध। चुप ही भली है भाई। वाहिगुरु के नाम तो बगैर तो मूँह दे विच सो
ਭੈੜਾਪੁਣਾ ਆਉਂਦਾ ਹੈ। ਇੱਕ ਸੁਗੰਧੀ ਹੁੰਦੀ, ਇੱਕ ਦੁਰਗੰਧੀ ਪੈਂਦੀ ਹੈ। ਨਾਮ ਵੀ ਹੁਣ ਸੁਨੇ ਸੇ ਮੁਖਾ। ਇਸ ਵਾਸਤੇ ਕਹਿੰਦੇ ਸੰਤ ਮਿਲਿਆ ਬਾਬਾ ਬੋਲਣਾ ਗਿਆ ਕਹੀ ਹੈ, ਜੈਸੇ ਰਾਮ ਨਾਮ ਰਵ ਰਹੀ ਹੈ। ਸੰਤ ਮਿਲਿਆ ਕਿਛ ਸੁਣੀਐ ਕਹੀ ਹੈ, ਤੇ ਮਿਲੇ ਅਸੰਤ ਮਸਤ ਹੋਈ ਰਹੀ ਹੈ। ਜੇ ਤਾਂ ਸੰਤ ਸਾਧੂ ਮਿਲਣ ਫਿਰ ਤਾਂ ਉਹਨਾਂ ਨੂੰ ਕੁਛ ਕਹਿਣਾ ਚਾਹੀਦਾ। ਕਹਿਣਾ ਕਿ ਜੋ ਮਨ ਦੇ ਸਵਾਲ ਨੇ ਉਹ ਬੇਨਤੀ ਕਰਨੀ ਚਾਹੀਦੀ ਹੈ, ਤੇ ਜੋ ਬੋਲਣ ਗੁਰੂ ਜੀ ਦਾ ਉਪਦੇਸ਼ ਉਹਨੂੰ ਪਿਆਰ ਨਾਲ ਸ਼ਰਧਾ ਨਾਲ ਸੁਣਨਾ ਚਾਹੀਦਾ। ਮਿਲੇ ਅਸੰਤ ਮਸਤ ਕਰ ਰਹੀ ਹੈ। ਜੇ ਕੋਈ ਅਸੰਤ ਮਿਲੇ, ਸਾਖਤ ਪੁਰਖ ਮਿਲੇ ਤਾਂ ਚੁੱਪ ਕਰਕੇ ਰਹੀਏ। ਬਾਬਾ ਬੋਲਣਾ ਗਿਆ ਕਹੀ ਹੈ, ਜੈਸੇ ਰਾਮ ਨਾਮ ਰਵ ਰਹੀ ਹੈ। ਜੇ ਬੋਲੀਏ ਤਾਂ ਕੀ ਕਹੀਏ? ਐਸੇ ਬਚਨਾਂ ਨੂੰ ਬੋਲੀਏ ਜੈਸੇ ਕਿ ਰਮੇ ਹੋਏ ਵਾਹਿਗੁਰੂ ਦੇ ਨਾਮ ਨੂੰ ਹੀ ਆਪਾਂ ਬੋਲਦੇ ਰਹੀਏ, ਉਚਾਰਦੇ ਰਹੀਏ। ਸੰਤਨ ਸਿਓ ਬੋਲੇ ਉਪਕਾਰੀ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਕਿ ਭਲਿਆਂ ਨਾਲ ਗੱਲ ਕੀਤੀ ਆ, ਕੋਈ ਭਲਾਈ ਦੀ ਗੱਲ ਨਿਕਲੇਗੀ, ਕੋਈ ਪਰਉਪਕਾਰ ਦੇ ਬਚਨ ਹੋਣਗੇ। ਮੂਰਖ ਸਿਓ ਬੋਲੇ ਚੱਖ ਮਾਰੀ। ਤੇ ਮੂਰਖ ਨਾਲ ਬੋਲਿਆ ਐਵੇਂ ਵਿਅਰਥ ਖਪਾ ਖਪਾਈ ਹੋਵੇਗਾ, ਬਕਵਾਸ ਕਰਨਾ ਹੀ ਹੈ। ਬੋਲਤ ਬੋਲਤ ਬੜੇ ਬੇਕਾਰ। ਬੇਵਕੂਫ ਦੇ ਨਾਲ ਬੋਲਣ ਅਤੇ ਗੱਲ ਕਰਨ ਦੁਆਰਾ ਬੰਦੇ ਅੰਦਰ ਪਾਪ ਵਧੇਰੇ ਹੋ ਜਾਂਦਾ ਹੈ। ਬਿਨ ਬੋਲੇ ਕਿਆ ਕਰੇ ਵਿਚਾਰਾ। ਜੇਕਰ ਮੈਂ ਬੋਲਾ ਹੀ ਨਾ ਤਾਂ ਉਹਨੇ ਕਰਮ ਨੇ ਮੈਨੂੰ ਕੀ ਕਰ ਸਕਦਾ ਹੈ। ਕਹੋ ਕਬੀਰ ਸ਼ੂਸ਼ਾ ਘੱਟ ਬੋਲੇ। ਕਬੀਰ ਜੀ ਆਂਦੇ ਨੇ ਕਿ ਖਾਲੀ ਘੜਾ ਰੌਲਾ ਪਾਉਂਦਾ ਹੈ। ਆ ਜਿਹੜੇ ਗਾਉਣ ਵਜਾਉਣ ਵਾਲੇ ਨੇ ਖਾਲੀ ਘੜੇ ਨੂੰ ਵਜਾਉਂਦੇ ਨੇ, ਭਰਿਆ ਹੋਏ ਸੋ ਕਬੂ ਨਾ ਡੋਲਾ। ਪਰ ਜਿਹੜਾ ਭਰਿਆ ਹੋਇਆ ਉਹ ਕਦਾਚਿਤ ਵੀ ਡੋਲਦਾ ਨਹੀਂ, ਮਤਲਬ ਆਵਾਜ਼ ਨਹੀਂ ਕਰਦਾ। ਇਸ ਵਾਸਤੇ ਹੇ ਮਹਾਰਾਜ ਮੈਨੂੰ ਤਾਂ ਚੁੱਪ ਹੀ ਭਲੀ ਹੈ। ਭਾਵੇਂ ਲੋਕ ਮੈਨੂੰ ਮੂਰਖ ਕਹਿਣ ਤੇ ਭਾਵੇਂ ਸਿਆਣਾ ਕਹਿਣ, ਕਿਉਂਕਿ ਬੋਲਣ ਦੇ ਨਾਲ ਤੇਰੀ ਲਿਵ ਰਹਿ ਜਾਂਦੀ ਹੈ, ਤੇਰਾ ਨਾਮ ਨਹੀਂ ਜਪਿਆ ਜਾਂਦਾ। ਇਸ ਵਾਸਤੇ ਮੈਂ ਤਾਂ ਆਪ ਦੇ ਵਿੱਚ ਮਸਤ ਰਹਿੰਦਾ ਹਾਂ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਆਪ ਦੇ ਮੂੰਹ ਦੇ ਨਾਲ ਕਿਹੜੇ ਬਚਨ ਬੋਲੀਏ ਜਿਹਨੂੰ ਸੁਣ ਕੇ ਰੱਬ ਸਾਡੇ ਨਾਲ ਪਿਆਰ ਕਰੇ। ਦੁਨੀਆ ਦੀਆਂ ਵਡਿਆਈਆਂ ਕਵਣੇ ਆਵੇ ਕਾਮ। ਦੁਨੀਆ ਦੀਆਂ ਵਡਿਆਈਆਂ ਤਾਂ ਬੋਲਣ ਨਾਲ ਹੀ ਮਿਲਦੀਆਂ ਨੇ। ਜਿੰਨਾ ਕਿਸੇ ਨਾਲ ਵੱਧ ਗੱਲਬਾਤ ਕਰੋਗੇ ਜਾਣਕਾਰੀ ਵਧੇਗੀ। ਗੱਲਾਂ ਗੱਲਾਂ ਵਿੱਚ ਕਈ ਭਰਮਾ ਲੈਂਦੇ, ਆਪਦੇ ਮਗਰ ਲਾ ਲੈਂਦੇ ਨੇ। ਪਰ ਜੋ ਰੱਬ ਦੇ ਨਾਲ ਪ੍ਰੀਤੀ ਹੈ ਉਹ ਦੁਨਿਆਵੀ ਗੱਲਾਂ ਨਾਲ ਨਹੀਂ ਪੈਂਦੀ। ਗੰਢ ਪ੍ਰੀਤੀ ਮਿੱਠੇ ਬੋਲ। ਰੱਬ ਦੇ ਨਾਲ ਗੰਢ, ਰੱਬ ਨਾਲ ਪ੍ਰੀਤੀ ਮਿੱਠੇ ਬੋਲ ਬੋਲਣ ਨਾਲ ਪੈਂਦੀ ਹੈ। ਮਿੱਠਾ ਬੋਲਣ ਨਿਵ ਚੱਲਣ ਹੱਥੋਂ ਦੇ ਕੇ ਭੁਲਾਮਣ ਆਏ। ਅਸੀਂ ਕਿਹੜੇ ਬਚਨਾਂ ਨੂੰ ਮੂੰਹ ਦੇ ਨਾਲ ਬੋਲੀਏ ਜਿਹਨੂੰ ਸੁਣ ਕੇ ਵਾਹਿਗੁਰੂ ਪਿਆਰ ਕਰੇ। ਕਹਿੰਦੀ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਉੱਠੀਏ ਤੇ ਵਾਹਿਗੁਰੂ ਜੀ ਦੀਆਂ ਵਡਿਆਈਆਂ ਦੀ ਵਿਚਾਰ ਕਰੀਏ, ਬਾਣੀ ਪੜ੍ਹੀਏ, ਕਥਾ ਕੀਰਤਨ ਕਰੀਏ, ਤਾਂ ਹੀ ਵਾਹਿਗੁਰੂ ਸਾਡੇ ਨਾਲ ਪਿਆਰ ਕਰੇਗਾ। ਸੋ ਪਾਤਸ਼ਾਹ ਫਰਮਾਉਂਦੇ ਨੇ ਮਹੱਲਾ ਪੰਜਵਾ, ਘਰ ਮੰਦਰ ਖੁਸ਼ੀਆ ਤਹੀ ਜਹ ਤੂੰ ਆਵੇ ਚਿਤ। ਜੇ ਬੋਲਣਾ ਹੈ ਤਾਂ ਬੋਲ ਹਰ ਨਾਮ। ਹਰੀ ਦਾ ਨਾਮ ਬੋਲਣਾ ਚਾਹੀਦਾ। ਸਫਲ ਸਾ ਕਰੀ, ਜਦ ਨਾਮ ਬੋਲਾਂਗੇ ਉਹ ਕੜੀ ਸਫਲ ਹੋਵੇਗੀ। ਬਾਕੀ ਦੁਨੀਆ ਦੀਆਂ ਵਡਿਆਈਆਂ ਨਾਨਕ ਸਭ ਕੋ ਮਿਤ। ਘਰ ਮੰਦਰ ਖੁਸ਼ੀਆ ਤਹੀ ਜੈ ਤੂੰ ਆਵੇ ਚਿਤ।
ਇਹ ਵਾਹਿਗੁਰੂ ਉਸ ਘਰ ਕੱਚੇ ਘਰਾਂ ਦੇ ਵਿੱਚ ਜਾਂ ਨਾਰਮਲ ਘਰਾਂ ਵਿੱਚ ਤੇ ਮੰਦਰ ਪੱਕੇ ਮਕਾਨ ਕੋਠੀਆਂ ਦੇ ਵਿੱਚ ਉਹਨਾਂ ਜੀ ਖੁਸ਼ੀਆਂ ਹੁੰਦੀਆਂ ਨੇ ਜਿੱਥੇ ਤੂੰ ਚਿੱਤ ਚੇਤੇ ਵਿੱਚ ਆਉਂਦਾ ਹੈ। ਦੁਨੀਆ ਦੀਆਂ ਬੜਾਈਆਂ ਨਾਨਕ ਸਭ ਕੋ ਮਿਤ, ਕਹਿੰਦੇ ਨੇ ਜੇ ਪ੍ਰਭੂ ਵਿਸਰੇ ਤਾਂ ਦੁਨੀਆ ਦੀਆਂ ਸਾਰੀਆਂ ਬੜਾਈਆਂ ਸਾਰੇ ਖੋਟੇ ਮਿੱਤਰ ਹਨ, ਕਿਸੇ ਵੀ ਕੰਮ ਦੇ ਨਹੀਂ ਹਨ। ਇਸ ਲਈ ਹੇ ਵਾਹਿਗੁਰੂ ਮੈਂ ਭਾਵੇਂ ਮੂਰਖ ਹਾਂ ਤੇ ਭਾਵੇਂ ਮੈਨੂੰ ਕੋਈ ਸਿਆਣਾ ਆਖੇ, ਪਰ ਮੈਂ ਤਾਂ ਚੁੱਪ ਦੇ ਵਿੱਚ ਹੀ ਭਲੀ ਸਮਝਦਾ। ਇੱਕ ਤਾਂ ਬੋਲ ਵਿਗਾੜ ਇਹਦੇ ਤੋਂ ਬਚ ਜਾਈਦਾ, ਨਿੰਦਿਆ ਚੁਗਲੀ ਤੋਂ ਬਚ ਜਾਈਦਾ। ਦੂਸਰੀ ਰੱਬ ਨਾਲੋਂ ਪ੍ਰੀਤੀ ਨਹੀਂ ਟੁੱਟਦੀ। ਭੂਲ ਚੂਕ ਤੇਰਾ ਦਰਬਾਰ, ਹੇ ਪ੍ਰਭੂ ਅਸੀਂ ਭੁੱਲੇ ਚੁੱਕੇ ਤੇਰੇ ਸਾਧ ਸੰਗਤ ਰੂਪੀ ਦਰਬਾਰ ਦੇ ਵਿੱਚ ਆਏ ਹੋਏ ਹਾਂ। ਜਾਂ ਭੂਲ ਵੱਡੀ ਗਲਤੀ ਤੇ ਚੂਕ ਛੋਟੀ ਗਲਤੀ, ਪਾਪ ਅਨੇਕਾਂ ਗਲਤੀਆਂ ਕਰਕੇ ਤੇਰੇ ਸਤ ਸੰਗਤ ਰੂਪ ਦਰਬਾਰ ਦੇ ਵਿੱਚ ਆਏ ਹੋਏ ਹਾਂ। ਨਾਮ ਬਿਨਾ ਕੈਸੇ ਆਚਾ, ਤੇਰੇ ਵਾਹਿਗੁਰੂ ਨਾਮ ਤੋਂ ਬਿਨਾ ਕਿਸ ਪ੍ਰਕਾਰ ਸ੍ਰੇਸ਼ਟਾਚਾਰ ਪ੍ਰਾਪਤ ਹੋ ਸਕਦਾ, ਪਾਪ ਨਹੀਂ ਹੋ ਸਕਦਾ ਹੈ। ਵਾਹਿਗੁਰੂ ਦੇ ਨਾਮ ਤੋਂ ਬਗੈਰ ਇਨਸਾਨ ਚੰਗਾ ਬਣ ਹੀ ਨਹੀਂ ਸਕਦਾ। ਗੱਲਾਂ ਅਸੀਂ ਚੰਗੀਆਂ ਦੁਨੀਆ ਦੇ ਵਿੱਚ ਤਾਂ ਜਿਹੜੀਆਂ ਜਨਾਨੀਆਂ ਬਹੁਤਾਂ ਗੱਲਾਂ ਮਾਰਨ ਉਹ ਪ੍ਰਧਾਨ ਗਿਣੀਆਂ ਜਾਂਦੀਆਂ, ਗੱਲਾਂ ਵਾਲੀਆਂ ਨੂੰ ਚੰਗੀਆਂ ਗਿਣਿਆ ਜਾਂਦਾ। ਪਰ ਰੱਬ ਦੇ ਘਰ ਗੱਲਾਂ ਵਾਲੇ ਹੈਨ ਘਨੇਰੇ। ਫਰੀਦਾ ਕਹਿੰਦੇ ਨੇ ਗੱਲੀ ਸੋ ਸੱਜਣ 20 ਹੈ, ਗੱਲਾਂ ਵਾਲੇ ਤਾਂ 20 ਸੱਜਣ ਨੇ, ਤੁਹਾਨੂੰ ਗੱਲਾਂ ਗੱਲਾਂ 'ਚ ਰੱਬ ਮਿਲਾ ਦੇਣਗੇ, ਪਰ ਹੁੰਦੇ ਨੇ ਠੱਗ। ਇੱਕ ਢੂੰਢੇਂਦੀ ਨਾਲ ਹੈ, ਇੱਕ ਸੰਤ ਬ੍ਰਹਮ ਗਿਆਨੀ ਰੂਪ ਸਖੀ ਮੈਂ ਲੱਭ ਰਹੀ ਹਾਂ, ਅਜੇ ਤੱਕ ਲੱਭੀ ਹੋਈ ਨਹੀਂ। ਗੁਰੂ ਰੂਪ ਸਖੀ ਧੋਖਾ ਜਿਉ ਮਾਲੀ ਹੀ ਗੱਲੇ ਗੋਹੇ ਦੀ ਤਰ੍ਹਾਂ ਮੈਂ ਧੁਖ ਰਹੀ ਹਾਂ। ਕਾਰਨ ਤਿੰਨਾ ਮਾਂ ਪਿਆਰੀ, ਤਿੰਨਾ ਮੇਰੇ ਪਿਆਰੇ ਪਤੀ ਪਰਮਾਤਮਾ ਦੇ ਨਾਲ ਮਿਲਣ ਵਾਸਤੇ। ਕਿ ਕੋਈ ਮਿਲਿਆ ਹੋਇਆ ਸਾਨੂੰ ਰੱਬ ਦੇ ਘਰ ਦੀ ਗੱਲ ਸੁਣਾ ਦੇਵੇ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀਰ। ਗੱਲਾਂ ਅਸੀਂ ਚੰਗੀਆਂ। ਨੂਰ ਸ਼ਾਹ ਰਾਣੀ ਬੰਗਲਾਦੇਸ਼ ਦੀ ਸਤਿਗੁਰੂ ਨਾਨਕ ਦੇਵ ਮਹਾਰਾਜ ਨੂੰ ਉਪਦੇਸ਼ ਦਿੱਤਾ। ਮਹੱਲਾ ਪਹਿਲਾ। ਗੱਲਾਂ ਅਸੀਂ ਚੰਗੀਆਂ, ਆਚਾਰੀ ਬੁਰੀਆਂ ਹੈ, ਮਨੁੱਖ ਸੁੱਧਾ ਕਾਲੀਆ, ਬਾਹਰ ਚਟਵੀਆ ਹੈ। ਬਾਹਰੋਂ ਦਾ ਚਿੱਟ ਕੱਪੜੇ ਪਾਏ ਹੋਏ ਨੇ ਸੱਜਣ ਠੱਗ ਦੀ ਤਰ੍ਹਾਂ, ਤੇ ਅੰਦਰ ਸਾਡਾ ਕਾਲਾ ਕਲਿੱਟ ਹੋਇਆ ਪਿਆ ਹੈ। ਗੱਲਾਂ ਦੇ ਵਿੱਚ ਤਾਂ ਬੜੇ ਚੰਗੇ ਆ, ਪਰ ਕਰਤੱਵ ਸਾਡੇ ਮਾੜੇ ਨੇ, ਮੋਰ ਦੀ ਤਰ੍ਹਾਂ। ਵੇਖੋ ਦੁਨੀਆ ਮੋਰ ਨੂੰ ਕਿੰਨਾ ਪਸੰਦ ਕਰਦੀ ਹੈ। ਆਖੇ ਜੀ ਮੋਰ ਜਿਹੜਾ ਉਹ ਗ੍ਰਸਤ ਵਿਹਾਰ ਨਹੀਂ ਕਰਦਾ, ਕਰਦਾ ਕਿਉਂ ਨਹੀਂ? ਇਹ ਕਲਯੁਗ ਹੈ, ਸਭ ਜੀ ਆ ਜਾਂਦਾ ਇੱਕੋ ਹੀ ਰਸਤੇ ਤੁਰਦੇ ਨੇ, ਕੋਈ ਪਵਿੱਤਰ ਨਹੀਂ ਹੈ। ਐਵੇਂ ਉਹਦੇ ਖੰਭ ਆਪਾਂ ਚੁੱਕੀ ਫਿਰਦੇ ਆ, ਮੋਰ ਦੇ ਖੰਭ ਜੀ, ਇੰਝ ਜੀ ਉਂਝ ਜੀ। ਪਰ ਉਹਦੀ ਕਰਨੀ ਤੁਸੀਂ ਵੇਖੋ ਕਿੰਨੀ ਅਪਵਿੱਤਰ ਅਤੇ ਨੀਚ ਹੈ। ਖਾਂਦਾ ਕੀ ਹੈ? ਕੀੜੇ ਮਕੌੜੇ। ਉਹ ਮੋਰ ਕਾਹਦਾ ਹੋਇਆ ਜਿਹੜਾ ਕੀੜੇ ਮਕੌੜੇ ਹੀ ਖਾਂਦਾ। ਇਸ ਵਾਸਤੇ ਪਾਤਸ਼ਾਹ ਜੀ ਕਥਨ ਕਰਦੇ, ਹੇ ਵਾਹਿਗੁਰੂ ਅਸੀਂ ਭੁੱਲੇ ਚੁੱਕੇ ਤੇਰੇ ਸਾਧ ਸੰਗਤ ਨੂੰ ਦਰਬਾਰ ਦੇ ਵਿੱਚ ਆਏ ਹਾਂ ਜੀ। ਨਾਮ ਬਿਨਾ ਕੈਸੀ ਆਚਾਰ, ਤੇਰੇ ਨਾਮ ਤੋਂ ਬਿਨਾ ਕਿਸ ਪ੍ਰਕਾਰ ਸ੍ਰੇਸ਼ਟਾਚਾਰ ਪ੍ਰਾਪਤ ਹੋ ਸਕਦਾ, ਪਾਪ ਨਹੀਂ ਹੋ ਸਕਦਾ। ਆਸੇ ਝੂਠ ਮੁੱਠੇ ਸੰਸਾਰਾ, ਝੂਠ ਮਿਥਿਆ ਵਿਹਾਰਾਂ ਵਿੱਚ ਲੱਗ ਕੇ ਅਜਿਹੇ ਸੰਸਾਰ ਜਗਤ ਦੇ ਜੀਵ ਵਿਸ਼ਿਆਂ ਦੇ ਵਿੱਚ ਲੁੱਟੇ ਜਾ ਰਹੇ ਹਨ। ਮਿਥਿਆ ਤਨ ਧਨ ਕੁਟੰਬ ਸਬਾਇਆ, ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਤਨ ਮਾਲ, ਮਿਥਿਆ
ਕਾਮ ਕ੍ਰੋਧ ਵਿਕਰਾਲ ਮਿਥਿਆ ਰਾਤ ਹਸਤੀ ਅਸ ਬਸਤਰਾ ਮਿਥਿਆ ਰੰਗ ਸੰਗ ਮਾਇਆ ਬੇਖਸਤਾ। ਇਸ ਲਈ ਮਿਥਿਆ ਪਦਾਰਥਾਂ ਦੇ ਵਿੱਚ ਲੱਗੇ ਹੋਏ ਹਾਂ। ਨਿੰਦਕ ਨਿੰਦਾ ਮੁਝੈ ਪਿਆਰਾ। ਪਰ ਜੋ ਨਿੰਦਕ ਅਪਕੀਰਤੀ ਕਰਨ ਵਾਲਾ ਮੈਨੂੰ ਨਿੰਦਣਾ ਕਰਦਾ ਉਹ ਮੈਨੂੰ ਪਿਆਰਾ ਲੱਗਦਾ ਹੈ, ਕਿਉਂਕਿ ਨਿੰਦਕ ਪੁਰਖ ਸਾਡੇ ਅੰਤःਕਰਨ ਰੂਪੀ ਬਸਤਰ ਨੂੰ ਧੋਣਾ ਕਰਦਾ ਹੈ। ਗੌੜੀ ਕਬੀਰ ਸਾਹਿਬ ਜੀ ਫਰਮਾਉਂਦੇ ਨੇ, ਨਿੰਦੋ ਨਿੰਦੋ ਮੋਕੋ ਲੋਕ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮੈਂ ਤਾਰੀ ਰਹਾਉ। ਨਿੰਦਾ ਹੋਏ ਤਾਂ ਬੈਕੁੰਠ ਜਾਈਏ, ਨਾਮ ਪਦਾਰਥ ਮਨੇ ਬਸਾਈਏ, राम पदार्थ मने बसाइया। हृदय शुद्ध जो निंदा हुए हमरे कपरे निंदक धोए। निंदा करे सो हमरा मीत निंदक माहे हमारा चीत। निंदक सो जो निंदा हो रहा हमरा जीवन निंदक लोरा। निंदा हमरी प्रेम प्यार निंदा हमरा करे उधार। जन कबीर को निंदा सार निंदक डूबा हम उतरे पार। सो इस वास्ते निंदिया करन वाला कहंदे साडे कपड़े धोंदा है, साडे मन की सफाई करता है। इस वास्ते सानू वो प्यारा लगता है। विश्राम देकर फरमान करते ने, जिस निंदा है सोई बिद जाना। जिस महात्मा नु निंदक जीव निंददा है वो महात्मा इस निंदा नु विधि रूप करके जानदा है कि इस नाल मेरा भला ही है। भाव वो समझदा है कि जे मेरे शरीर की निंदा करता है तो शरीर नूं मैं भी मिथ्या निश्चय करन नूं निंददा हाँ। गुरबाणी दे विच इहनूं निंदिया तां गया है, नवें छिद्र सरवै अपवित्रा। सारियां दे इक्को जे शरीर ने ते शरीर दियां 9 गोलकां ने। नासां चों सींड वग रहा, अखां चों गिड्ड वग रही है, कन्नां दे विच मैल भरी पई है मर गोडे गोडे। ते इस वास्ते ये सारे शेख गंदे मंदे हुए पए हैं। तुसीं दसो आपां भी तां निंददे ही हां। जे निंदक ने निंद दिता भी फलाना माड़ा है जी ते किन्ना किते गुनाह हो गया, निंदी जाए। ये तो आपां भी निंददे हां मिथ्या निश्चय करन नूं। जे मेरे अवगुणां नूं निंददा है तो अवगुणां नूं मैं भी निंददा हाँ। किहड़ा नहीं चाहुंदा कि मैं चंगा बना। हुण जे निंदक नूं पता लग गया तो पता तो लगूगा ही किसी न किसी दिन। कबीर जेते अवगण करे साडा की सुभाव है वो दसी ना, फलाने नूं पता ना लग जाए। गलती पहला कर बैठनी है फिर डरी जाना। कबीर जेते पाप किए राखे तले दुराए। जिन्हें भी आप पाप किए ज्यों छोटी उम्र तो लैके हुण तक सानू सारे चेते ने। जिहड़ी चीज़ चेते रख रही है वही अगे लेखा जोखा देन लई खड़ी होवेगी। साडे जिहड़े संस्कार मन ते उकरे गए ने वही संस्कार अगे चमकणगे धर्मराज की कचहरी में। साडा आपदा ही जो राइटिंग सिस्टम है मदर बोर्ड वही उत्थे स्कैन हो जाना, अपने आप ही हो जाना। सानू जो याद है वो संस्कार मन ते उकरे पए ने। इस वास्ते चंगा बंदा तां उगण करदा ही नहीं, पाप करदा नहीं। जे किते भुल के हो भी जाए मुड़ के अरदासां करदा, पंजां प्यारियां नूं दसदा कि मेरी भुल माफ़ हो जाए। कबीर जेते पाप किए राखे तलै दुराए। प्रगट भए निदान सब जा पूछे धर्मराज। अंदरों दा जद प्रगट हो गए फिर धर्मराजा पूछूगा। होणगे प्रगट, दुनिया को तो लगा सकता है पर धर्मराजा थोड़ी अनजान है। इस वास्ते जिहड़े अवगण ने वो तो आपां भी चाहुंदे हां कि साडे दूर होण।
ਔਗਣਾਂ ਨੂੰ ਆਪਾਂ ਵੀ ਨਿੰਦਦੇ ਹਾਂ ਤੇ ਚਾਹੁੰਦੇ ਹਾਂ ਕਿ ਦੂਰ ਹੋ ਜਾਣ। ਬਾਕੀ ਗੁਣਾ ਤੇ ਆਤਮਾ ਨੂੰ ਇਹ ਕੀ ਨਿੰਦ ਸਕਦਾ ਹੈ, ਕਿਉਂਕਿ ਆਤਮਾ ਦਾ ਹੈ ਹੀ ਪਰਮਾਤਮਾ ਦੀ ਅੰਸ਼। ਜਿਹੜੇ ਗੁਣ ਨੇ ਉਹ ਤਾਂ ਵੈਸੇ ਵੀ ਗੁਣ ਹਨ। ਇਉਂ ਵਿਧੀ ਪੱਖ ਗੁਰਮੁਖ ਸਮਝਦਾ ਹੈ ਮਹਾਤਮਾ ਕਿ ਇਹ ਜਿਹੜਾ ਨਿੰਦਕ ਨਿੰਦਿਆ ਕਰਦਾ ਹੈ ਇਹ ਤਾਂ ਝੂਠੀ ਨਿੰਦਿਆ ਕਰ ਰਿਹਾ ਹੈ। ਸਰੀਰ ਵੀ ਮਿੱਟੀ ਹੈ। ਹੁਣ ਮਿੱਟੀ ਨੂੰ ਕੋਈ ਮਿੱਟੀ ਕਹੀ ਜਾਓ ਤੇ ਕਹੀ ਜਾਏ, ਮਿੱਟੀ ਤਾਂ ਪਹਿਲਾਂ ਹੀ ਮਿੱਟੀ ਹੈ। ਨਿੰਦੀ ਜਾਏ ਕੋਈ, ਉਹ ਤਾਂ ਪਹਿਲਾਂ ਹੀ ਉਹਨੇ ਉੱਡ ਕੇ ਤੇ ਸਰੀਰ ਨੂੰ ਗੰਦਾ ਕਰਨਾ, ਕੱਪੜਿਆਂ ਨੂੰ ਗੰਦਾ ਕਰਨਾ, ਇਹ ਤੋਂ ਵੱਧ ਕੋਈ ਕੀ ਨਿੰਦ ਲਊਗਾ। ਤੇ ਸਰੀਰ ਤਾਂ ਹੈ ਹੀ ਮਿੱਟੀ, ਇਹ ਤਾਂ ਹੈ ਹੀ ਗੰਦਾ। ਕੋਈ ਨਿੰਦਿਆ ਤੇ ਨਿੰਦਿਆ ਕਰਦਾ ਕਰੀ ਜਾਏ ਭਲਾ ਜੀ। ਅਗਲਾ ਖੁਸ਼ ਹੈ ਤੇ ਕਬੀਰ ਸਾਹਿਬ ਜੀ ਉਹਨੂੰ ਭੋਜਨ ਦਾ ਥਾਲ ਭੇਜਦੇ, ਲੈ ਭਾਈ ਰੋਟੀ ਪਾਣੀ ਖਾ ਤੇ ਰੱਜ ਕੇ ਨਿੰਦਿਆ ਕਰ। ਤੋ ਇਸ ਵਾਸਤੇ ਇਹ ਵਿਧੀ ਨੂੰ ਮਹਾਤਮਾ ਜਾਣਦੇ ਨੇ। ਗੁਰ ਕਾ ਸ਼ਬਦ ਦਰ ਨਿਸ਼ਾਨਾ, ਅਤੇ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਪ੍ਰਭੂ ਦੇ ਦਰ ਉੱਤੇ ਪ੍ਰਗਟ ਹੁੰਦਾ ਹੈ ਗੁਰਮੁਖ। ਭਾਵ ਇੱਜ਼ਤ ਮਾਣ ਪ੍ਰਾਪਤ ਕਰਦਾ ਹੈ ਜਾਂ ਪ੍ਰਭੂ ਦੇ ਗਿਆਨ ਰੂਪੀ ਦਰ ਨੂੰ ਪ੍ਰਗਟ ਕਰ ਲੈਂਦਾ ਹੈ। ਕਾਰਨ ਨਾਮ ਅੰਤਰਗਤ ਜਾਣਾ, ਸਾਰੇ ਸੁੱਖਾਂ ਦਾ ਕਾਰਨ ਹੈ ਵਾਹਿਗੁਰੂ ਜੀ ਦਾ ਨਾਮ। ਸਰਬ ਸੁੱਖਾਂ ਕਾ ਦਾਤਾ ਸਤਿਗੁਰ ਤਾਂ ਕੀ ਸਰਨੀ ਪਾਈਐ। ਸੋ ਜਿਹੜੇ ਸੁੱਖ ਨੇ ਉਹ ਮਹਾਰਾਜ ਦੇ ਚਰਨਾਂ ਵਿੱਚ ਉਹ ਨਾਮ ਜਪ ਕੇ ਮਿਲਨੇ ਨੇ। ਭਾਈ ਰੇ ਸੁਖ ਸਾਧ ਸੰਗ ਪਾਇਆ, ਇੱਛਾ ਪੂਰਕ ਸਰਬ ਸੁਖ ਦਾਤਾ ਹਰ। ਹਰ ਜਾਂ ਹਰੀ ਦਾ ਨਾਮ ਸਾਰੀਆਂ ਇੱਛਾ ਪੂਰੀਆਂ ਕਰਕੇ ਸਾਰੇ ਸੁੱਖਾਂ ਨੂੰ ਦੇਣ ਵਾਲਾ। ਕਈ ਵਾਰ ਆਪਾਂ ਇੱਛਾ ਕਰ ਬੈਠਦੇ ਹਾਂ, ਮੰਨ ਲਓ ਪੁੱਤ ਦੀ ਇੱਛਾ ਹੈ ਜਾਂ ਕਿਸੇ ਹੋਰ ਦੀ ਹੈ, ਉਹ ਫਿਰ ਦੁਖੀ ਕਰਦੇ ਨੇ। ਇੱਛਾ ਤਾਂ ਪੂਰੀ ਹੋ ਜਾਂਦੀ, ਪਰ ਇੱਛਾ ਪੂਰੀ ਹੋਣ ਤੋਂ ਬਾਅਦ ਸਾਨੂੰ ਪਤਾ ਚੱਲਦਾ ਜਿਹੜੀ ਚੀਜ਼ ਧੱਕੇ ਨਾਲ ਲਓ, ਉਹ ਧੱਕੇ ਨਾਲ ਲਈ ਹੋਈ ਚੀਜ਼ ਦੁਖੀ ਕਰਦੀ ਬੰਦੇ ਨੂੰ, ਕਿਉਂਕਿ ਰੱਬ ਦੇ ਹੁਕਮ ਤੋਂ ਉਲਟ ਜੋ ਲਈ ਹੈ। ਮਹਾਰਾਜ ਚਾਹੁੰਦਾ ਨਹੀਂ ਸੀ, ਆਪਾਂ ਜਲਦੀ ਲੈ ਲਈ। ਮੈਂ ਕਈ ਵਾਰ ਪਰਤਾਇਆ, ਕੁਛ ਵੀ ਹੈ ਉਹ ਫਿਰ ਬੰਦਾ ਪਰੇਸ਼ਾਨ ਹੋ ਜਾਂਦਾ, ਫਿਰ ਅਰਦਾਸ ਕਰਦਾ ਵੀ ਇਹ ਤੋਂ ਖੇੜਾ ਛਡਾਓ। ਮਹਾਰਾਜ ਦਾ ਦੇਣ ਲੱਗਿਆ ਕਮੈਂਟ ਨਹੀਂ ਲਾਉਂਦਾ, ਲੈ ਬਈ ਮੋਜਾ ਮਾਣ, ਆਪਦੇ ਰਾਗ ਰੰਗ 'ਚ ਮਸਤ ਰਹੋ, ਜਿਹੜੀ ਚੀਜ਼ ਚਾਹੀਦੀ ਹੈ ਦੱਸ। ਤੇ ਪਰ ਫਿਰ ਦੁਖੀ ਹੋ ਜਾਈਦਾ। ਇਹਦੇ ਨਾਲੋਂ ਉਹਦਾ ਮਹਾਰਾਜ ਨੂੰ ਇੰਝ ਹੀ ਆਖੋ, ਧੱਕੇ ਨਾਲ ਨਹੀਂ ਕਹਿਣਾ ਚਾਹੀਦਾ। ਪੰਜਾਂ ਪਿਆਰਿਆਂ ਦੀ ਅਰਦਾਸ 1 ਸਕਿੰਟ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਪਹੁੰਚ ਜਾਂਦੀ। ਉਹਨਾਂ ਤੋਂ ਅਰਦਾਸ ਤਾਂ ਕਦੀ ਵੀ ਨਾ ਕਰਾਓ, ਉਹ ਹੁਕਮ ਹੋ ਜਾਂਦਾ ਮਹਾਰਾਜ ਨੂੰ। ਅਰਦਾਸ ਭਾਵੇਂ ਅਰਦਾਸ ਹੈ, ਪਰ ਨਾਮ ਹੀ ਅਰਦਾਸ ਹੈ। ਕਰਦੇ ਤਾਂ ਹੁਕਮ ਆਪਾਂ ਆਪਦੀ ਬਾਣੀ ਪੜ੍ਹ ਕੇ ਖੁਦ ਆਪ ਬੇਨਤੀ ਕਰ ਲਓ। ਪੰਜਾਂ ਪਿਆਰਿਆਂ ਦਾ ਹੁਕਮ ਹੁੰਦਾ ਹੈ। ਇਸ ਲਈ ਕਈ ਵਾਰ ਕੋਈ ਕਰਮ ਹੋਵੇ ਉਲਟਾ ਸਿੱਧਾ, ਕੀਮਤਾ ਮਹਾਰਾਜ ਉਹ ਕੱਟ ਰਿਹਾ, ਉਹਦੇ 'ਚ ਭਲਾ ਹੀ ਹੈ। ਤੋ ਜੇ ਬੁਖਾਰ ਚੜ੍ਹਿਆ ਤੇ ਉਹਨੂੰ ਟੀਕਾ ਲਾ ਕੇ ਇੱਕਦਮ ਨਾ ਉਤਾਰੋ, ਉਹਦੇ ਨਾਲ ਫਿਰ ਕਮਜ਼ੋਰੀ ਆਊਗੀ, ਕੋਈ ਨਾ ਕੋਈ ਹੋਰ ਬਿਮਾਰੀ ਉਗਰੂਗੀ। ਜਿੰਨਾ ਕਿ ਰੱਬ ਨੇ ਦੁੱਖ ਦਿੱਤਾ, ਜੇ ਥੋੜ੍ਹਾ ਜਿਹਾ ਬੰਦਾ ਕਸ਼ਟ ਝੱਲ ਲਏ, ਹੌਲੀ ਹੌਲੀ ਆਪਣੇ ਆਪ ਹੀ ਮੰਨ ਲਓ ਟੁੱਟਾ ਜਿਹਾ ਜ਼ੁਕਾਮ ਹੀ ਲੱਗ ਜਾਂਦਾ, ਤੇ ਜੇ ਦਵਾਈਆਂ ਖਾਈ ਜਾਊਗਾ ਤੇ ਹੋਰ ਬਿਮਾਰ ਹੋਊਗਾ। ਸਿਰ ਭਾਰ, ਅੱਖਾਂ ਭਾਰੀਆਂ, ਇੱਕ ਬਿਮਾਰੀ ਖਤਮ ਹੁੰਦੀ, ਦੂਜੀਆਂ 2 ਹੋਰ ਆ ਕੇ ਚੰਬੜ ਜਾਂਦੀਆਂ। 2-4 ਦਿਨ ਜ਼ੋਰ ਪੈ ਗਿਆ ਤਾਂ ਚੜ੍ਹਦੀ ਕਲਾ। ਇਸ ਵਾਸਤੇ ਅਰਦਾਸ ਤਾਂ ਇਹੀ ਕਰੀਏ, ਮਹਾਰਾਜ ਭਾਣਾ ਮੰਨਣ ਦਾ ਬਲ ਬਖਸ਼ੋ। ਜੇ ਬਹੁਤਾ ਘਬਰਾਹਟ ਆਵੇ ਤਾਂ ਗੁਰੂ ਸਾਹਿਬ ਨੂੰ ਇਹੀ ਬੇਨਤੀ ਕਰਨੀ ਹੈ ਵੀ ਹੁਣ ਸਾਨੂੰ ਤਾਂ ਪਤਾ ਨਹੀਂ ਵੀ ਸਾਡੇ ਲਈ ਇਹ ਚੰਗਾ ਹੈ ਜਾਂ ਮਾੜਾ। ਘਰ ਦਾ ਤਾਂ ਤੂੰ ਚੰਗਾ ਹੀ ਹੈ, ਪਰ ਸਾਨੂੰ ਬੁਰਾ ਜਾਪਦਾ, ਤੇ ਕਿਰਪਾ ਕਰ ਇਸੇ ਛੇਤੀ ਇਹਨੂੰ ਨਿਬੇੜ ਦੇ ਜੋ ਕੁਛ ਸ਼ੁਰੂ ਹੋਇਆ। ਇਹ ਬਦ ਬਲਾਵਾਂ ਕਿਰਪਾ ਕਰਕੇ ਖਤਮ ਕਰ ਦੇ, ਜਾਂ ਆਹ ਕਾਰਜ ਮੈਂ ਚਾਹੁੰਦਾ ਤਾਂ ਹਾਂ ਕਿ ਇਸ ਤਰ੍ਹਾਂ ਹੋ ਜਾਏ, ਪਰ ਹੁਣ ਮੈਨੂੰ ਪਤਾ ਨਹੀਂ ਵੀ ਇਹਦੇ ਨਾਲ ਪਰੇਸ਼ਾਨੀ ਨਾ ਆਵੇ। ਇਹ ਹੁਣ ਤੈਨੂੰ ਸਾਰਾ ਕੁਝ ਗਿਆਨ ਹੈ, ਤੇਰੀ ਮਰਜ਼ੀ ਹੈ, ਕਰ
नहीं मर्जी है तो ना कर। इस तरह ही बेनती करनी चाहिए है भी जे तैनूं पाउंदा तां हो जाए, जे नहीं पाउंदा तो कोई नहीं हो जाने। साडा की है, जीव तो है ही दुखों के विच रोंदा ही आउंदा रोंदा ही जांदा, 2 दिन होर रो लवांगे पर यह गल है बड़ी कठिन। सतगुरु नानक देव महाराज सच्चे पातशाह जी ने बेबे नानकी नूं इन्नी खुशी दिती, संसार विच किसी भी इंसान दे महाराज इन्ने खुश नहीं सन। कहते कि जदों तुसीं याद करोगे असीं हाज़र होवांगे। वेखो गुरु साहब जी की प्रसन्नता, बेबे नानकी नूं सारी उम्र ये याद ही नहीं आया कि मैनूं पुत्र की लोड़ है। मैं कई बार बहुत हैरान होना, ना कोई धी ते ना कोई पुत। सारी दुनिया परमात्मा गुरु नानक साहब के दर से झोलियां अड्ड के मंगती है, तो मंगण वाले नूं आपां कहने भी महाराज दिंदे आपां बड़े खुश होंदे आ भी वेखो जी इन्हें पुत्र मंगे तो इन्हूं मिल गए। जिस तरह माता सुलखनी की साखी बड़ी प्रसिद्ध है, पर भाड़ा मनण वालियां दी भी वडियाई है। सारी उम्र नूं याद ही नहीं आया, इन्ना प्यार सी महाराज नाल भी मैनूं भी कोई धी पुत चाहिए, उन्हें मंगिया ही नहीं। किन्ने महापुरख होणगे बेबे नानकी जी, तुसीं दसो किन्ने चढ़दी कला वाले। मेरा ख्याल नहीं कोई इस तरह का कोई ब्रह्म ज्ञानी दुनिया च पैदा होया होवे। किन्नी शरधा सीगी उन्हां दी महाराज सच्चे पातशाह दे उपर। ते गुरु साहब इन्ने खुश होए, आख्या बेबे जी जद दुनिया तारन तुरे कहंदे भी तुहानूं परमात्मा वालों कोई धी पुत नहीं मिलिया, तो आ जिहड़े बच्चे तुसीं मेरे पिछे पा रहे हो, मैनूं दिखा रहे हो कि इन्हां दी कौन संभाल करेगा। तुसीं जो हो सुख ना चढ़दी कला च, कोई घाटा रब दा दसो। घर बार देवे सारा कुछ है, ये तुहाडी ड्यूटी परमात्मा ने लाई है, मेरे नहीं, ये तुहानूं ही दित्ते ने रब ने। बाबे श्री चंद नूं महाराज ने बांह तो फड़िया तो आख्या भी आ तुहाडा ही है, ये वड्डा तो तुहाडी झोली पाया ना। वो जिन्ना चिर जिउंदे रहे उन्ना चिर तो फिर बाबा श्री चंद जी उत्थे रहे। जदों फिर बेबे नानकी जी ही शांत हो गए, दोवें पति सती नाम जपदे जपदे शरीर छड्ड गए। फिर बाबा श्री चंद माता सुलखनी कोल आया सीगा। इहो जी भी महापुरख ने जिन्होंने मंगण का चेता ही नहीं रहा। तो इस वास्ते साध संगत जीओ, जिहड़ा गुरां दे उपदेश की कमाई करता है उन्होंने इज्जत ते मान प्राप्त होंदा है। प्रभु की दर ते वो प्रगट हो जाता है, प्रभु के ज्ञान रूपी दर नूं वो प्रगट कर लैंदा है। गुरमुख तेरा भाना भावै। इस तरह गुर कारण नाम अंतरगत जाना। सारे सुखों का कारण है वाहिगुरु जी का नाम। ये आप विचार कर रहे सी, इच्छा पूरक सर्व सुखदाता हर जाके बस है काम देना। सो ऐसा हर ध्याइए मेरे जीअड़े ता सर्व सुख पावे मेरे मन। असी होर तां बड़े पापड़ वेलदे हैं, कदी किसी जादू टूने वाले कोल जावांगे, कदी किसी कोल। तुसीं 25 पाठ जपजी साहब दे करो, 25 पाठ डेली, ते जिहड़ी मर्जी अरदास करो। मझ नहीं मिलती कितों पेड़ा बना के लाने की लोड़ नहीं, मझ नूं भी सुनाओ, सारे टब्बर नूं ला दिओ। जुरने भी कल्ले करने ने, दुध तो सारिਆਂ ने पीना है। कोई भी प्रॉब्लम है जिहदा हल तुहानूं दिखदा नहीं, तो आ जिन्ने साधु संत ने आखिर कुछ ना कुछ उन्हें जादू टूना सिद्ध किया ही हुंदा। इस नूं तां महाराज दा मूल मंत्र सब तो वड्डा है, तुसीं आप ही मंत्र मारो। वो साडे रिश्तेदार सीगे, ਉਹਦੇ ਤੇ कोई ऐरा गैरा हवा होनी तो बड़ी मुश्किल पै जानी। तो मैं नियाणिਆਂ ਨੂੰ ਅੰਮ੍ਰਿਤ ਛਕਾਇਆ, ਉਹਨਾਂ ਨੂੰ ਬੇਨਤੀ ਕੀਤੀ, ਉਹਨਾਂ ਵੇਖ ਕੇ ਉਂ ਹੀ ਛਕ ਲਿਆ। तो आख्या भी जपजी साहब पढ़िया करो। जपजी साहब की संध्या कराई, नाले खंड पाठ ते लै जाना। वो जी जे पैसे पाने उन्हें छालां मारनियां। तो मुड़ के उन्हें की कीता भी किसी बाबे को जावांगे, वो भी फूकां जिहियां मारदा। उन्हें भरना गिलास नलके तो पानी का, तो उत्ते भरना जपजी साहब। जपजी साहब पढ़ के आपकी माँ के मारने छट्टे,
ਸਤਨਾਮ ਵਾਹਿਗੁਰੂ ਕਹਿਣਾ ਤੇ ਉਹਨੇ ਉੱਡ ਪੁੱਡ ਜਾਣਾ, ਜਿਹੜੀ ਐਰਾ ਗੈਰਾ ਹਵਾ ਹੋਣੀ। ਕਹਿੰਦੇ ਹੁਣ ਕੰਮ ਬਣਿਆ, ਬੜਾ ਸੋਹਣਾ ਤਰੀਕਾ ਆ ਗਿਆ। ਬਾਬੇ ਨੇ ਵੀ ਤਾਂ ਮੰਤਰ ਹੀ ਮਾਰਨਾ, ਤੇ ਬਾਣੀ ਤੋਂ ਵੱਡਾ ਮੰਤਰ ਤੁਸੀਂ ਦੱਸੋ ਹੋਰ ਕਿਹੜਾ ਹੈ। ਬਾਣੀ ਮੰਤਰ ਮਹਾਂਪੁਰਖਣ ਕੀ ਬਣੇ ਉਤਾਰਨ ਮਾਨ ਕੋ। ਮਹਾਂਪੁਰਖ ਇਹ ਗੁਰੂਆਂ ਦੀ ਬਾਣੀ, ਪੀਰਾਂ ਦੀ ਬਾਣੀ, ਭਗਤਾਂ ਸੰਤਾਂ ਦੀ ਬਾਣੀ ਹੈ। ਇਹ ਸਿੱਧ ਕੀਤੇ ਹੋਏ ਮੰਤਰ ਮਹਾਰਾਜ ਨੇ ਦਿੱਤੇ ਨੇ। ਵਾਹਿਗੁਰੂ ਨਾਮ ਦਾ ਜਾਪ 36 ਯੁਗ ਵਰਤੈ ਗੁਬਾਰੈ, ਤਾੜੀ ਲਾਈ ਅਪਰ ਅਪਾਰੈ, ਤੁੰਦੂ ਕਾ ਨਿਰਾਲਮ ਬੈਠਾ, ਨਾ ਤਾਂ ਤੰਦ ਬਸਾਰਾ ਹੈ। ਇਹ ਮਹਾਰਾਜ ਨੇ ਆਪ ਦਾ ਮੰਤਰ ਇਹਨੂੰ ਕਮਾ ਕੇ ਫਿਰ ਦਿੱਤਾ ਹੈ। 9 ਯੁਗ ਇੱਕ ਇੱਕ ਅੱਖਰ ਦਾ ਜਾਪ ਜਪਿਆ, ਵਾਵਾ ਹਾਹਾ ਗੱਗਾ ਤੇ ਰਾਰਾ, 4 ਨੇ 36 ਯੁਗ ਵਾਹਿਗੁਰੂ ਮੰਤਰ ਜਪਿਆ। ਇਸ ਵਾਸਤੇ ਆਪਾਂ ਹੋਰ ਬੜੇ ਪਾਪੜ ਵੇਲਦੇ ਹਾਂ, ਬੜੇ ਧੱਕੇ ਖਾਈਦੇ ਨੇ, ਪਰ ਕਦੀ ਸੁਖਮਨੀ ਸਾਹਿਬ ਦਾ ਪਾਠ ਨਹੀਂ ਕੀਤਾ, ਕਦੀ ਨਾਮ ਨਹੀਂ ਜਪਿਆ, ਕਦੀ ਸੰਗਤ ਨਹੀਂ ਕੀਤੀ। ਜੀ ਆਪਾਂ ਸੰਗਤ ਕਰੀਏ, ਕਬੀਰ ਕਾਮ ਭਰੇ ਹਰ ਸਿਮਰੀਏ, ਐਸਾ ਸਿਮਰੋ ਨਿਤ ਅਮਰਾਪੁਰ ਬਾਸਾ ਕਰੋ, ਹਰ ਗਿਆ ਬਹੁਰਾ ਬਿਤ। ਦਰਬਾਰ ਸਾਹਿਬ ਕਿਤੇ ਜਾਂਦੇ ਆਪਾਂ, ਤੇ ਭੋਰੇ ਸਾਹਿਬ 'ਚ ਸ਼ਾਇਦ ਹੀ ਕਿਤੇ ਗਏ ਹੋਈਏ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਗੁਰਦੁਆਰਾ ਥੜਾ ਸਾਹਿਬ ਹੈ, ਉਹਦੇ ਨੀਚੇ ਥੜਾ ਹੁਣ ਨੀਚੇ ਹੋ ਗਿਆ ਭੋਰੇ ਸਾਹਿਬ 'ਚ। ਉੱਥੇ ਜਾ ਕੇ ਕੋਈ ਬਾਣੀ ਦਾ ਨਿਤਨੇਮ ਸੁੱਖ ਸ਼ਾਂਤੀ ਨਾਲ ਬੰਦਾ ਭੱਜਾ ਜਾਂਦਾ। ਕਿੰਨੀ ਟ੍ਰੈਫਿਕ ਹੈ ਵੇਖੋ, ਮੈਂ ਤਾਂ ਖੱਪ ਜਾਂਦਾ, ਬੰਦਾ ਤਾਪ ਚੜ੍ਹ ਜਾਂਦਾ ਜੀ ਪਤਾ ਚੱਲੇ ਵੀ ਜਾਣਾ ਪੈਣਾ, ਕੋਈ ਕੰਮ ਕੁਮ ਹੋਏ। ਇੰਨਾ ਖਪਾ ਸੜਕਾਂ ਦੇ ਉੱਪਰ ਤਾਂ ਰੱਬ ਹੈ, ਕੰਨਾਂ ਨੂੰ ਹੱਥ ਲੱਗਦੇ। ਗਰਮੀ 'ਚ ਕਿਹੜਾ ਨਿਕਲਣਾ ਸੌਖਾ। ਤੇ ਭੱਜਾ ਗਿਆ ਵੇਖੋ, ਤੇ ਭੱਜਾ ਹੀ ਆ ਗਿਆ। ਪੈਸੇ ਵੀ ਖਰਚੇ, ਸੁੱਖ ਵੀ ਛੱਡਿਆ, ਤੇ ਕੀਤਾ ਤਾਂ ਕੁਛ ਵੀ ਨਹੀਂ। ਤੋ ਇਸ ਵਾਸਤੇ ਥੋੜ੍ਹਾ ਬਹੁਤਾ ਸਮਾਂ ਕੱਢ ਕੇ ਸਾਨੂੰ ਜਾਣਾ ਚਾਹੀਦਾ। ਕੋਈ ਗੁਰੂ ਰਾਮਦਾਸ ਮਹਾਰਾਜ ਦੇ ਲੰਗਰ ਦੇ ਵਿੱਚ ਬਰਤਨਾਂ ਦੀ ਸੇਵਾ, ਲੰਗਰ ਦੀ ਸੇਵਾ, ਕੋਈ ਦਰਬਾਰ ਸਾਹਿਬ ਅੰਦਰ ਬੈਠ ਕੇ ਕੀਰਤਨ ਦੀ ਸੇਵਾ, ਤੇ ਕੋਈ ਭੋਰਾ ਸਾਹਿਬ ਦੇ ਵਿੱਚ ਬੈਠ ਕੇ ਕੋਈ ਆਪ ਦਾ 5 ਬਾਣੀਆਂ ਦਾ ਨਿਤਨੇਮ, ਕੋਈ 5 ਗ੍ਰੰਥੀ ਦਾ। ਗੁਰੂ ਸਾਹਿਬ ਦੀ ਕਿਰਪਾ ਹੋਵੇ। ਆ ਦਿਨ ਚੱਲ ਰਹੇ ਨੇ ਗੁਰੂ ਅਮਰਦਾਸ ਮਹਾਰਾਜ ਦੇ, ਬੌਲੀ ਸਾਹਿਬ ਦੇ। ਜਿੰਨਾ ਚਿਰ ਬਾਰਿਸ਼ਾਂ ਨਹੀਂ ਪੈਂਦੀਆਂ ਉਹਨਾਂ ਚਿਰ ਆਪਾਂ 84 ਕੱਟ ਸਕਦੇ ਹਾਂ। ਜਪਜੀ ਸਾਹਿਬ ਦੇ 84 ਪਾਠ, ਇੱਕ ਪੌੜੀ ਤੇ ਇੱਕ ਪਾਠ, ਨਾਲ 84 ਇਸ਼ਨਾਨ। ਸੋਹਣਾ ਮੌਸਮ ਹੈ ਗਰਮੀ ਦਾ, ਇਸ ਵਾਸਤੇ ਸ਼ਾਮਾਂ ਨੂੰ ਪ੍ਰਵੇਸ਼ ਕਰ ਜਾਈਏ। ਅੰਮ੍ਰਿਤ ਵੇਲੇ ਤੱਕ ਗੁਰੂ ਸਾਹਿਬ ਸੰਪੂਰਨ ਕਰ ਦਿੰਦੇ ਨੇ। ਇਉਂ ਵਾਹਿਗੁਰੂ ਜੀ ਦਾ ਨਾਮ ਹੀ ਸੁੱਖਾਂ ਦਾ ਕਾਰਨ, ਜਿਹਦੇ ਆਪਾਂ ਕਦੀ ਲਾਗੋਂ ਦੀ ਨਹੀਂ ਲੰਘੇ। ਇਹ ਲੰਘੀਏ ਤਾਂ ਵੀ ਮੱਥਾ ਟੇਕ ਕੇ ਪਰੇ ਨੂੰ ਹੋ ਜਾਈਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤਾਂ ਹਰੇਕ ਗੁਰਦੁਆਰੇ 'ਚ ਹੁੰਦਾ। ਰੁਮਾਲੇ ਆਪਾਂ ਜਿੰਨੇ ਮਰਜ਼ੀ ਕੋਈ ਕਹੇ ਭੇਟਾ ਕਰ ਸਕਦੇ ਹਾਂ, ਪਰ ਜੇ ਬੰਦਾ ਪੁੱਛੇ ਵੀ ਤੂੰ ਪ੍ਰਧਾਨ ਬਣਨਾ, ਆਪ ਉੱਤੇ ਇੱਧਰ ਆ, ਠੀਕ ਹੈ ਪ੍ਰਧਾਨ ਬਣ, ਕਮੇਟੀ 'ਚ ਆਉਣਾ, ਹਾਂ ਆ ਕਮੇਟੀ 'ਚ ਆ, ਤੇ ਪਰ ਗੋਲਕ ਨੂੰ ਹੱਥ ਨਹੀਂ ਲਾਉਣਾ। ਮਹਾਰਾਜ ਦੀ ਹਜ਼ੂਰੀ 'ਚ ਬੈਠੋ, ਜਿੰਨੇ ਕਮੇਟੀ 'ਚ ਆਉਣਾ ਜਾਂ ਪ੍ਰਧਾਨ ਬਣਨਾ ਸਹਿਜ ਪਾਠ ਕਰੋ। ਇਸ ਸਥਾਨ ਦੇ ਬੜੀ ਉੱਚੀ ਸੁੱਚੀ ਸ਼ੁਰੂ ਤੋਂ ਮਰਿਆਦਾ ਚੱਲ ਰਹੀ ਹੈ ਕਿ ਜੋ ਵੀ ਸਹਿਜ ਪਾਠ ਹੈ ਉਹ ਗੁਰਮੁਖ ਪਿਆਰੇ ਨਿਸ਼ਕਾਮਤਾ ਦੇ ਨਾਲ ਨਗਰ ਨਿਵਾਸੀ ਕਰਦੇ ਨੇ। ਸੰਤਾਂ ਦੀ ਕਿਰਪਾ ਹੈ। ਤੋ ਜਿੰਨੇ ਕਮੇਟੀ ਮੈਂਬਰ ਪ੍ਰਬੰਧਕ ਬਣਨ, ਇੱਕ ਤਾਂ ਅੰਮ੍ਰਿਤਧਾਰੀ ਹੋਣ, ਇੱਕ ਉਹ ਘੱਟੋ ਘੱਟ ਮਹੀਨੇ ਸਹਿਜ ਪਾਠ ਦਾ ਭੋਗ ਪਾਉਣ, ਫਿਰ ਵੇਖੋ ਕਿੰਨੇ ਕੁ ਆਉਂਦੇ ਨੇ। ਤੋ ਇਸ ਵਾਸਤੇ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੋਵੇ ਉੱਥੇ ਜਿੰਨਾ ਚਿਰ ਪ੍ਰਕਾਸ਼ ਰਹੇ। ਹਾਂਗਕਾਂਗ ਦੀ ਮੈਂ ਸਿਫਤ ਵੇਖੀ ਹੈ ਵੀ ਆਪਾਂ ਗੁਰੂ ਸਾਹਿਬ ਨੂੰ ਖੋਲ੍ਹ ਕੇ ਤਾਂ ਬੈਠ ਜਾਂਦੇ ਹਾਂ, ਮੈਨੂੰ ਮਾफ़ ਕਰਨਾ, ਖੋਲ੍ਹਣ ਦਾ ਮਤਲਬ ਇਹੀ ਖੋਲ੍ਹਣਾ, ਪਾਠ ਤਾਂ ਕਰਨਾ ਕੋਈ ਨਹੀਂ, ਉੱਥੇ ਰੁਮਾਲਾ ਪਾ ਕੇ ਤੁਰੇ ਫਿਰਨਾ। ਸਾਡੇ ਤੋਂ ਨਾਨਕਸਰੀਏ 1000 ਗੁਣਾ ਚੰਗੇ ਨੇ। ਪਹਿਲਾਂ ਆਪਾਂ ਸੋਚਦੇ ਸੀ ਵੀ ਇਹ ਜਿੰਦਰਾ ਮਾਰੀ ਰੱਖਦੇ ਨੇ, ਹੁਣ ਤਾਂ ਮੈਨੂੰ ਬਹੁਤ ਵਧੀਆ ਲੱਗਦਾ ਵੀ ਜਿੰਨਾ ਚਿਰ ਉਹਨਾਂ ਦੀਵਾਨ ਸਜਾਉਣਾ, ਗੁਰੂ ਸਾਹਿਬ ਦੀ ਹਜ਼ੂਰੀ 'ਚ ਹਾਜ਼ਰੀ ਭਰਨੀ ਹੈ, ਉਹਨਾਂ ਚਿਰ ਦਰਬਾਰ ਖੋਲ੍ਹਣਾ ਹੈ, ਜਿਹੜਾ ਮਹਾਰਾਜ ਦਾ ਮੇਨ ਪ੍ਰਕਾਸ਼ ਸਥਾਨ ਹੈ। ਜਦੋਂ ਵੇਖਿਆ ਵੀ ਭੋਗ ਪੈ ਗਿਆ, ਸੁੱਖ ਆਸਣ ਕਰੋ, ਤੇ ਗੁਰੂ ਸਾਹਿਬ ਜੀ ਸੁੱਖ ਆਸਣ ਵਾਲੇ ਪਲੰਘਾ ਸਾਹਿਬ 'ਤੇ। ਮਹਾਰਾਜ ਤਾਂ ਇਕੱਲੇ ਪ੍ਰਕਾਸ਼ ਨੇ, ਬਾਬਾ ਜੀ ਨੂੰ ਹੁਣ 100 ਕੰਮ ਨੇ, ਉਹਨਾਂ ਆਪਦੀਆਂ ਰੌਲਾ ਲਾਉਣੀਆਂ, ਹਜ਼ਾਰਾਂ ਕੰਮ ਕਰਨੇ ਨੇ। ਨਗਰ ਨਿਵਾਸੀ ਉਹ ਨੌਕਰੀਆਂ ਵਾਲੇ ਨੇ,
गुरुद्वारा बना लिया, प्रकाश हो गया, ना कोई पहरेदार, ना कोई ग्रंथी, ना कोई सेवादार, कुत्ते बिल्ले ਕਾਂ कबूतर उत्थे तुरे फिरदे, माफ़ करना। किसी भी बिल्डिंग 'ਚ ਤੁਸੀਂ जाओ, आ साडे सामने ही है साध संगत जी, सामने बिल्कुल बिल्डिंग बनी हुई है। कोई भी बिल्डिंग जाओ तो सिक्योरिटी गार्ड तुहानूं उत्थे खिलारूगा। होमलैंड वाले इन्नी सिक्योरिटी है उत्थे। बंदा पुछूगे भी कि जाना कित्थे आ, मिलना किहनूं, ਉਹਦਾ नंबर दिओ, गल करनगे, फिर तुहानूं अगे लंघाउणगे। आम बिल्डिंग 'ਚ भी आप नहीं जा सकते। उन्हां आम परिवारां ने भी आपकी सिक्योरिटी रखी हुई है। मुहाली दे विच जां पंचकूले छोटे छोटे ये फेस कट्टे, सैक्टर कट्टे हुए ने, तो रात नूं किते कोई कामकार होवे उत्थे बैरीयर लगा होगा, चैक पोस्ट होगी। गुरुद्वारा साहब बिल्कुल खुले हुंदे ने, अंदर कोई सेवादार मौजूद नहीं हुंदा, ग्रंथी सिंह की हाज़री नहीं है। सो जिन्ना चिर महाराज का प्रकाश होवे उन्ना चिर चौर साहब की सेवा ते सिंह हाज़र होना चाहिए। जे कहिए भी ग्रंथी की ड्यूटी है, आप इनू ठेका दे दिता, कला ग्रंथी साध संगत जी हो, जो सवेर तो 2 बजे तो लैके रात के 11 बजे तक पूरा नहीं निभ सकता, क्योंकि वो भगवान तो है नहीं, रब थोड़ो आ, वो इंसान है। इस वास्ते आम इंसान इन्नी सेवा नहीं निभा सकता, साध संगत सहयोग देवे तां ही हो सकता। हांगकांग उन्होंने कई बार मैं गुरमुखा पूछना, मैं कहना भी आप बिजी हाँ, अज ऐतवार है, फलानी जगह भोग भी पैना है, दरबार च भी हाज़री है, तो फलानी जगह प्रोग्राम भी है, तो आप जे महाराज का हुणे प्रकाश कर दईए। उन्हें कहना ज्ञानी जी, जे कोई तुहाडे कोल बंदा है हजूरी च बैठन लई तां प्रकाश करो, जे नहीं कोई है तो फिर उदों ही आप करांगे। मैनू बहुत चंगा लगना मौके ते, जदों भी कोई प्रोग्राम है उस मौके ते जे प्रकाश है तो फिर चौर साहब की सेवा ते बंदा हाज़र होना चाहिए। जे गुरुद्वारे बनाने का शौक है तो महाराज का प्रकाश किया हुआ है, क्योंकि साढ़े धियां पुत्तां दे विआह नहीं होंदे। सहज पाठ अखंड पाठ वास्ते साढ़े घरां बारां दे विच गुरु साहब की जरूरत पैंदी है। फिर सेवादार भी महाराज की हजूरी दे विच 24 आवर हाजिर रहना चाहिए है। गुरु साहब की कृपा होवे, कितना चंगा होवे जे सहज पाठ ही चलता रहे। चौर भी तो करना विहले बैठ के, विहले जरूर बहना, सहज पाठ करी जाओ। वो ਸਿੰਘਾਂ ਦੀਆਂ चौर ते नाले ड्यूटियां ला देनियां, नाले सहज पाठ की भेटा दे देनी, तो सारिਆਂ ਦਾ ਕੰਮ भी चली जाना, तो महाराज का सत्कार भी कायम रहना। इस वास्ते सारे सुखों का कारण वाहिगुरु का नाम है, जो आप जप के राजी नहीं हाँ। गुरु साहब की कृपा होवे, आप सहज पाठ अखंड पाठ साहब की हाज़री लवाइए, नितनेमी होइए, नाम अभ्यास करिए, तो सारे सुख गुरु साहब जी की कृपा नाल बख्शिश होण जी। तरगात जाना यह निश्चय करके कि सारे सुखों का कारण नाम है, वो हिरदे के अंदर ही नाम प्राप्त करके अपने स्वरूप को जानता है। ऐसे प्रकार कारण नाम अंतर्गत जाना, नाम की कमाई करके फर्क भेद बिरती नू नाश करके कान रूप प्रभु नू जानदा है। जिसनु नदर करे सोई बिद जाना, पर जिस दे उपर प्रभु अपनी कृपा दृष्टि करदा है, वही नाम दी हरि दी प्राप्ति दी विधि नू जानदा है। मैं मैला उज्जल सच सोई, मैं या ममता वाले जीव अविद्या करके पापां करके मलीन हो रहे ने, ਅਤੇ ਉਹ ਸੱਚਾ ਪ੍ਰਭੂ ਜਾਂ ਸੱਚੇ ਦੀ ਸ਼ੋਭਾ ਨਿਰਮਲ ਕਰਨ ਵਾਲੀ ਹੈ। ਊਤਮ ਆਖ ਨਾ ਉੱਚਾ ਹੋ, ਅਹੰਕਾਰ ਦੇ ਨਾਲ ਆਪਣੇ ਆਪ ਨੂੰ ਸ੍ਰੇਸ਼ਟ ਕਹਿ ਕੇ ਕੋਈ ਉੱਚਾ
ਕੋਈ ਸ੍ਰੇਸ਼ਟ ਨਹੀਂ ਹੋ ਸਕਦਾ ਹੈ। ਕਹਿਣ ਨਾਲ ਇਨਸਾਨ ਉੱਚਾ ਨਹੀਂ ਹੁੰਦਾ, ਜੀਵਨ ਦੇ ਨਾਲ ਉੱਚਾ ਬਣਦਾ ਹੈ। ਮਨ ਮੁਖ ਖੂਲ ਮਹਾ ਬਿਖ ਖਾਏ। ਮਨਮੁਖ ਪੁਰਖ ਖੁੱਲ੍ਹ ਭਾਵ ਨਿਸ਼ੰਗ ਹੋ ਕੇ ਬਹੁਤ ਜ਼ਹਿਰ ਰੂਪ ਵਿਸ਼ਿਆਂ ਨੂੰ ਖਾਂਦੇ ਨੇ, ਖੁੱਲ੍ਹ ਕੇ ਖਾਂਦੇ ਨੇ, ਸ਼ਰਮ ਵੀ ਨਹੀਂ ਮੰਨਦੇ ਹਨ। ਕਈਆਂ ਬੀੜਾਂ 'ਚ ਖੂਲ ਦੀ ਜਗ੍ਹਾ ਭੂਲ ਪਾਠ ਵੀ ਆਉਂਦਾ, ਜਿਸ ਦਾ ਅਰਥ ਹੈ ਕਿ ਆਪਣੇ ਸਰੂਪ ਤੋਂ ਭੁੱਲ ਕੇ ਉਹ ਮਹਾਂ ਵਿਸ਼ਿਆਂ ਨੂੰ ਭੋਗਦੇ ਨੇ, ਪਰ ਅਸਲ ਦੇ ਵਿੱਚ ਖੂਲ ਦਾ ਭਾਵ ਖੁੱਲ੍ਹ ਕੇ, ਕਹਿੰਦੇ ਖੁੱਲ੍ਹਾ ਖਾਓ ਅਤੇ ਕੋਈ ਮਰਜ਼ਾਦਾ ਨਹੀਂ ਹੈ। ਇਸ ਤਰ੍ਹਾਂ ਨਹੀਂ ਹੁੰਦਾ ਹੈ, ਮਰਜ਼ਾਦਾ ਦਾ ਹੀ ਭੋਜਨ ਛਕਣਾ ਚਾਹੀਦਾ। ਅਤੇ ਬਿਨਾਂ ਕਛਹਿਰੇ ਤੋਂ, ਭਾਵੇਂ ਬਾਥਰੂਮ ਵੀ ਹੋਵੇ, ਬਿਨਾਂ ਬਸਤਰ ਤੋਂ, ਪਰਨੇ ਤੋਂ ਬਗੈਰ ਬਸਤਰ ਨਹੀਂ ਚੇਂਜ ਕਰਨਾ, ਇਸ਼ਨਾਨ ਪਾਣ ਵੀ ਨਹੀਂ ਕਰਨਾ ਹੈ। ਇਹ ਮਰਜ਼ਾਦਾ ਹੈ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ। ਰੱਬ ਨਾ ਕਰੇ, ਮੈਂ ਕਈਆਂ ਦਾ ਵੇਖਿਆ ਹੈ, ਇਸ਼ਨਾਨ ਦੇ ਵਕਤ ਹੀ, ਖਾਸ ਕਰਕੇ ਅੰਮ੍ਰਿਤ ਵੇਲੇ, ਉਹ ਦਿਮਾਗ ਦੀ ਨਾਲੀ ਫਟ ਜਾਂਦੀ ਹੈ। ਪਤਾ ਨਹੀਂ ਪਾਣੀ ਧਾਣੀ ਦਾ ਕੋਈ ਟੈਂਪਰੇਚਰ ਵਾਧਾ ਘਾਟਾ ਡਾਕਟਰ ਕਹਿੰਦੇ ਹੋ ਜਾਂਦਾ। ਅਤੇ ਪੈਰਾਂ ਤੋਂ ਕਹਿੰਦੇ ਸ਼ੁਰੂ ਕਰਨਾ ਚਾਹੀਦਾ ਜਲ ਪਾਉਣਾ। ਉਹ ਨਾੜੀਆਂ ਦਾ ਸੰਬੰਧ ਪੈਰਾਂ ਤੋਂ ਦਿਮਾਗ 'ਤੇ ਹੁੰਦਾ, ਅਤੇ ਸਿੱਧਾ ਹੀ ਸਿਰ ਥੱਲੇ ਕਰਨ ਦੇ ਨਾਲ ਕਈ ਵਾਰ ਦੁਰਘਟਨਾ ਹੁੰਦੀ ਹੈ। ਕਈਆਂ ਦੀਆਂ ਲੱਤਾਂ ਬਾਹਾਂ ਮੈਂ ਬਾਥਰੂਮ 'ਚ ਡਿੱਗ ਕੇ ਟੁੱਟਦੀਆਂ ਵੇਖੀਆਂ। ਅਤੇ ਜੇ ਬੰਦਾ ਮੂੰਹ ਜ਼ਬਾਨੀ ਉੱਥੇ ਹੋਊਗਾ, ਮੈਨੂੰ ਮਾਫ਼ ਕਰਨਾ, ਅਤੇ ਫਿਰ ਦੱਸੋ ਕੀ ਬਣੂਗਾ। ਬਸਤਰ ਤਾਂ ਹੋਣਾ ਚਾਹੀਦਾ ਹੈ, ਕੀ ਪਤਾ ਕੀ ਹੋ ਜਾਣਾ, ਕਿਹੜੇ ਵੇਲੇ ਕੀ ਭਾਣਾ ਵਾਪਰਨਾ ਹੈ। ਇੱਕ ਸਿੰਘ ਦੀ ਮੈਂ ਗੱਲ ਸੁਣ ਕੇ ਹੈਰਾਨ ਰਹਿ ਗਿਆ। ਉਹ ਹਾਂਗਕਾਂਗ ਮੇਰੇ ਨਾਲ ਮੀਤ ਗ੍ਰੰਥੀ ਸੀਗਾ, ਨਾਲੇ ਕੀਰਤਨ ਕਰਦਾ। ਕਈ ਵਾਰ ਮੈਨੂੰ ਆਵਾਜ਼ ਕੀਤਾ, ਆਵਾਜ਼ ਮਾਰਨ ਜਾਣਾ, ਮੈਂ ਕਿਹਾ ਤੂੰ ਦਸਤਾਰ ਨਹੀਂ ਲਾਉਂਦਾ, ਸਾਡਾ ਤਾਂ ਸਿਰ ਦਰਦ ਹੋਣ ਲੱਗ ਪੈਂਦਾ। ਪਹਿਲਾਂ ਸੋਚੀਦਾ ਸੀਗਾ ਵੀ ਸਾਡੇ ਮਾਂ ਪਿਓ ਦਸਤਾਰ ਇੱਕਦਮ ਉਤਾਰ ਕੇ ਦਿੰਦੇ ਨੇ, ਨਿਆਣਿਆਂ ਨੂੰ ਸ਼ੌਂਕ ਹੁੰਦਾ ਬੰਨ੍ਹ ਕੇ ਰੱਖਣੀ। ਅਤੇ ਹੁਣ ਪਤਾ ਚੱਲਦਾ ਕਮਰੇ 'ਚ ਵੜਦਿਆਂ ਸਾਰੀ ਜਿੰਨਾ ਚਲਾਈ ਇਹਨਾਂ ਦਿਮਾਗ ਟਿਕਾਣੇ 'ਤੇ ਨਹੀਂ ਆਉਂਦਾ। ਗਰਮੀ ਜੋ ਬੜੀ ਆ, ਅਤੇ ਉਹਨੂੰ ਮੈਂ ਪੁੱਛਣਾ, ਮੈਂ ਕਿਹਾ ਤੂੰ ਸੁੱਤਾ ਪਿਆ ਵੀ ਦਸਤਾਰ ਐਨ ਸੋਹਣੀ ਸਜਾਈ ਹੁੰਦੀ। ਕਹਿੰਦੇ ਮੈਂ ਬਾਬਾ ਜੋਰਾ ਸਿੰਘ ਜੀ ਬਦਨੀ ਕਣਾ ਵਾਲੇ ਮਹਾਂਪੁਰਖ ਨਾਨਕਸਰ ਵਾਲੇ ਉੱਥੇ ਰਿਹਾ ਹਾਂ, ਅਤੇ ਨਾਨਕਸਰ ਵਾਲੇ ਮਹਾਂਪੁਰਖਾਂ ਦੇ ਵਿਚਾਰ ਨੇ, ਜਿਸ ਤਰ੍ਹਾਂ ਫੌਜੀ ਤਿਆਰ ਰਹਿੰਦੇ ਨੇ ਹਮੇਸ਼ਾ ਹੀ, ਕੀ ਪਤਾ ਕਿਹੜੇ ਵੇਲੇ ਮੋਰਚਾ ਸੰਭਾਲਣਾ ਪਵੇ। ਜਿਹੜਾ ਬੰਦਾ ਗ੍ਰੰਥੀ ਹੈ ਔਰ ਗੁਰਦੁਆਰੇ ਦੇ ਅੰਦਰ ਹੈ, ਪਹਿਲੀ ਗੱਲ ਤਾਂ ਸੌਣ ਦਾ ਮਤਲਬ ਹੀ ਕੋਈ ਨਹੀਂ। ਮਹਾਰਾਜ ਤਾਂ ਪ੍ਰਕਾਸ਼ ਹੈ ਅਤੇ ਗ੍ਰੰਥੀ ਸੁੱਤਾ ਪਿਆ। ਜਿੰਨਾ ਚਿਰ ਸੁਖਾਸਨ ਨਹੀਂ ਹੁੰਦਾ, ਮਤਲਬ ਹੀ ਕੋਈ ਨਹੀਂ ਬੰਦਾ ਸੌਂ ਜਾਏ। ਹਾਂ, ਘੜੀ ਘੰਟਾ ਆਰਾਮ ਕਰਨਾ ਕਿਸੇ ਦੀ ਡਿਊਟੀ ਹੋਣੀ ਚਾਹੀਦੀ ਹੈ। ਸਾਨੂੰ ਪਤਾ ਹੀ ਕੋਈ ਨਹੀਂ, ਮਹਾਰਾਜ ਦਾ ਪ੍ਰਕਾਸ਼ ਹੈ, ਆਪਾਂ ਘਰਾੜੇ ਮਾਰਦੇ ਹੁੰਦੇ ਹਾਂ। ਸੁਖ ਆਸਨ ਦੇ ਅੰਮ੍ਰਿਤ ਵੇਲੇ ਦੀ ਹਾਜ਼ਰੀ ਤਾਂ ਜ਼ਰੂਰੀ ਹੈ। ਉਹ ਕਹਿੰਦਾ ਵੀ ਜੇ ਰਾਤ ਬਰਾਤੇ ਵੀ ਕੋਈ ਨਾ ਕੋਈ ਰੱਬ ਨਾ ਕਰੇ, ਕੋਈ ਮੌਕੇ 'ਤੇ ਲੋੜ ਪੈ ਜਾਏ ਗੁਰੂ ਸਾਹਿਬ ਦੇ ਕਮਰੇ ਵਿੱਚ ਜਾਣ ਦੀ, ਅਤੇ ਜੇ ਬੰਦਾ ਮੂੰਹ ਜ਼ਬਾਨੀ ਹੋਊਗਾ, ਅਤੇ ਪਹਿਲਾਂ ਤਾਂ ਦਿਮਾਗ ਟਿਕਾਣੇ ਆਉਂਦੇ ਹੀ 10 ਮਿੰਟ ਲੱਗ ਜਾਂਦੇ। ਮੇਰਾ ਕੰਘਾ ਕਿੱਥੇ ਹੈ, ਕਿਸੇ ਦਾ ਕੰਘਾ ਮੇਰੇ ਵਰਗੇ ਦਾ ਬੈੱਡ ਥੱਲੇ ਵੜਿਆ ਹੁੰਦਾ, ਇਹ ਦਸਤਾਰ ਕਿਤੇ ਹੁੰਦੀ, ਕੱਪੜੇ ਲੱਭੂਗਾ। ਇਸ ਵਾਸਤੇ ਜੇ ਕਿਤੇ ਮਹਾਰਾਜ ਦੀ ਸੇਵਾ 'ਚ ਹਾਜ਼ਰ ਹੋਣਾ ਬਈ, ਇਹਦੇ ਤਿਆਰ ਹੋਣਾ ਚਾਹੀਦਾ। ਇਸ ਵਾਸਤੇ ਇਹ ਮਹਾਂਪੁਰਖਾਂ ਦਾ ਹੁਕਮ ਹੈ ਵੀ ਦਸਤਾਰ ਨਹੀਂ ਲਾਉਣੀ। ਸ਼੍ਰੋਮਣੀ ਕਮੇਟੀ ਦਾ ਨਿਯਮ ਹੈ, ਔਨ ਡਿਊਟੀ, ਭਾਵੇਂ ਕੋਈ ਗੁਰਦੁਆਰੇ ਦੇ ਅੰਦਰ ਹੈ ਅਤੇ ਭਾਵੇਂ ਕਮਰੇ ਵਿੱਚ ਹੈ, ਡਿਊਟੀ ਦੇ ਦੌਰਾਨ ਜਿੰਨਾ ਚਿਰ ਡਿਊਟੀ ਦੀ ਹਾਜ਼ਰੀ ਚੱਲ ਰਹੀ ਹੈ, ਗ੍ਰੰਥੀ ਦੇ ਸਿਰ ਉੱਪਰ ਦਸਤਾਰ ਲਾਜ਼ਮੀ ਹੈ। ਦਸਤਾਰ ਨਹੀਂ ਲੱਥਣੀ ਚਾਹੀਦੀ, ਨਹੀਂ ਤਾਂ ਦਸਤਾਰ ਸਜਾਉਂਦੇ 15 ਮਿੰਟ ਲੱਗ ਜਾਣਗੇ। ਦਸਤਾਰ ਨਹੀਂ ਉਹ ਲਾਉਣ ਦਿੰਦੇ। ਇਹ ਨਿਯਮ ਹੈ ਸ਼੍ਰੋਮਣੀ ਕਮੇਟੀ ਦਾ। ਆਹ ਜਿਹੜੇ ਫਰਲੇ ਵਾਲੇ ਨਿਹੰਗ ਸਿੰਘ ਨੇ, ਕਿਤੇ ਇਹਨਾਂ ਨੂੰ ਲੰਮੇ ਪਏ ਵੇਖਿਓ, ਸੁੱਤੇ ਪਿਆ ਵੀ ਫਰਲਾ ਨਹੀਂ ਵਧਾਉਂਦੇ, ਸਿਰ ਸੁੱਟ ਕੇ ਨਹੀਂ ਬਹਿੰਦੇ। ਰਜਾਈ ਤਲਾਈ ਕੋਈ ਵੱਡਾ ਮੋਟਾ ਸਰਾਣਾ ਸਿਰ ਥੱਲੇ ਰੱਖ ਕੇ ਫਰਲੇ ਨੂੰ ਖੜਾ ਰੱਖਣਗੇ, ਕਿਉਂਕਿ ਨਿਸ਼ਾਨ ਕਦੀ ਵੱਧਦਾ ਨਹੀਂ ਹੈ।
ਨਿਸ਼ਾਨ ਕਦੀ ਉਤਰਦਾ ਨਹੀਂ ਹੈ, ਨਿਸ਼ਾਨ ਹਮੇਸ਼ਾ ਦਿਨ ਰਾਤ ਚੜ੍ਹਿਆ ਰਹਿੰਦਾ ਹੈ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜੋ ਫਰਲਾ ਹੈ, ਇਹ ਸਿੰਘ ਦੇ ਸਿਰ ਉੱਪਰ ਗੁਰਦੁਆਰੇ ਦਾ ਨਿਸ਼ਾਨ ਲਾਇਆ ਹੈ। ਜਦ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਚਾਂਦਨੀ ਚੌਂਕ ਦੇ ਵਿੱਚ ਹੋਈ ਤਾਂ ਸੀਸ ਮਹਾਰਾਜ ਦੇ ਕੋਲ ਪਹੁੰਚ ਗਿਆ। ਧੜ ਬਾਰੇ ਦਿੱਲੀ ਦੀਆਂ ਸੰਗਤਾਂ ਕੋਲੋਂ ਪੁੱਛਿਆ ਕਿ ਉਹਦਾ ਕੀ ਬਣਿਆ। ਕਹਿੰਦੀ ਜੀ ਔਰੰਗਜ਼ੇਬ ਕੋਲ ਡਰਦੇ ਹੋਏ ਕਿਸੇ ਵੀ ਸਿੱਖ ਨੇ ਬਾਂਹ ਗੜੀ ਕਰਕੇ ਨਹੀਂ ਗਿਆ ਕਿ ਮੈਂ ਗੁਰੂ ਸਾਹਿਬ ਦਾ ਸਿੱਖ ਹਾਂ। ਉਹਨੇ ਐਲਾਨ ਕੀਤਾ ਸੀ ਕਿ ਜਿਹੜਾ ਮਹਾਰਾਜ ਦਾ ਸਿੱਖ ਹੈ ਧੜ ਦਾ ਸੰਸਕਾਰ ਕਰ ਦੇਵੇ। ਫਿਰ ਮਹਾਰਾਜ ਕਹਿੰਦੇ ਵੀ ਸਿੱਖ ਕੋਈ ਹੈ ਨਹੀਂ ਸੀ। ਕਹਿੰਦੇ 2200 ਘਰ 1400 ਘਰ ਸਿੱਖਾਂ ਦੇ ਉੱਥੇ ਮੌਜੂਦ ਨੇ, ਅਤੇ ਕੀ ਉਹਨੂੰ ਪਤਾ ਵੀ ਨਹੀਂ ਲੱਗਾ। ਮਹਾਰਾਜ ਕੋਈ ਨਿਸ਼ਾਨੀ ਤਾਂ ਤੁਸੀਂ ਲਾਈ ਨਹੀਂ। ਆਪ ਕੋਈ ਬੋਲਿਆ ਨਹੀਂ ਡਰਦਾ ਮਾਰਾ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਔਰੰਗਜ਼ੇਬ ਨੇ ਸਾਨੂੰ ਮਾਰ ਦੇਣਾ। ਮਹਾਰਾਜ ਕਹਿੰਦੇ ਹੈ ਸਿੱਖ ਦੀ ਪਹਿਚਾਣ ਹੀ ਨਹੀਂ। ਓਹੋ, ਇਹ ਤਾਂ ਆਪਾਂ ਭੁੱਲੇ ਰਹੇ। ਹੁਣ ਤਾਂ ਆਪਾਂ ਪਹਿਲਾ ਕੰਮ ਇਹੀ ਕਰਾਂਗੇ, ਸਿੱਖ ਨੂੰ ਇਹੋ ਜਿਹੀ ਪਹਿਚਾਣ ਦਿਆਂਗੇ ਭਾਵੇਂ ਲੱਖਾਂ ਦੇ ਵਿੱਚ ਇਕੱਲਾ ਖੜਾ ਹੋਵੇ। ਸਾਡੇ ਹੁਣ ਮੱਥੇ 'ਤੇ ਲਿਖਿਆ ਹੁੰਦਾ, ਜੋ ਮਰਜ਼ੀ ਆਪ ਦਾ ਪਹਿਰਾਵਾ ਬਦਲਾ ਲਓ, ਮੱਥੇ 'ਤੇ ਹੀ ਲਿਖ ਦਿੱਤਾ ਮਹਾਰਾਜ ਨੇ ਵੀ ਇਹ ਗੁਰੂ ਸਾਹਿਬ ਦਾ ਸਿੱਖ ਹੈ, ਇਹ ਮਹਾਰਾਜ ਦਾ ਸਿੰਘ ਹੈ, ਦੂਰੋਂ ਹੀ ਪਹਿਚਾਣਿਆ ਜਾਂਦਾ। ਇਸ ਵਾਸਤੇ ਮਹਾਰਾਜ ਨੇ ਸੀਸ ਦੇ ਉੱਪਰ ਨਿਸ਼ਾਨ ਜੜ ਦਿੱਤਾ, ਪਰਲੇ ਸਜਾ ਦਿੱਤੇ। ਇਹ ਨਿਹੰਗ ਸਿੰਘ ਜਿੰਨੇ ਮਰਜ਼ੀ ਲੱਖਾਂ ਕਰੋੜਾਂ 'ਚ ਖੜਾ ਇਕੱਲਾ ਹੀ ਦਿਖੂਗਾ। ਇਹ ਗੁਰੂ ਸਾਹਿਬ ਦੀ ਕਿਰਪਾ ਹੋਈ। ਇਉਂ ਮਹਾਰਾਜ ਕਥਨ ਕਰਦੇ ਨੇ ਕਿ ਆਮ ਜਿਹੜੇ ਲੋਕ ਨੇ ਖੁੱਲ੍ਹ ਕੇ ਪਾਵਨ ਸੰਗ ਹੋ ਕੇ ਜ਼ਹਿਰ ਰੂਪ ਵਿਸ਼ਿਆਂ ਨੂੰ ਖਾਂਦੇ ਨੇ, ਭੋਗਦੇ ਨੇ, ਉਹਨਾਂ ਨੂੰ ਸ਼ਰਮ ਹੀ ਕੋਈ ਨਹੀਂ। ਡਿਸਿਪਲਨ, ਅਨੁਸ਼ਾਸਨ, ਮਰਜ਼ਾਦਾ ਦਾ ਤਾਂ ਨਾਮ ਹੀ ਕੋਈ ਨਹੀਂ, ਪਰ ਅਸਲ 'ਚ ਜ਼ਿੰਦਗੀ ਮਰਜ਼ਾਦਾ ਹੀ ਹੈ। ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਅੰਮ੍ਰਿਤ ਛਕਣਾ ਨਹੀਂ ਛਕੋ, ਆਪਦੇ ਘਰ ਰਾਜੀ ਰਹੋ। ਆਪਾਂ ਤੁਹਾਨੂੰ ਤੰਗ ਪਰੇਸ਼ਾਨ ਨਹੀਂ ਕਰਦੇ, ਬਾਰ-ਬਾਰ ਕਹਿ ਕੇ ਤੁਹਾਡੀ ਬੇਇੱਜ਼ਤੀ ਨਹੀਂ ਕਰਦੇ, ਕਿਉਂਕਿ ਦੁਨੀਆ ਬੇਇੱਜ਼ਤੀ ਮੰਨਦੀ ਹੈ ਵੀ ਸਾਨੂੰ ਨਹੀਂ ਪਤਾ। ਇਹ ਬਾਬੇ ਰੌਲਾ ਪਾਉਂਦੇ ਨੇ ਅੰਮ੍ਰਿਤ ਛਕੋ, ਅੰਮ੍ਰਿਤ ਛਕੋ। ਪਰ ਇੱਕੋ ਹੀ ਬੇਨਤੀ ਹੱਥ ਜੋੜ ਕੇ ਕਿ ਆਪਦੇ ਬੱਚਿਆਂ ਨੂੰ ਵੀ ਕਛਹਿਰੇ ਜ਼ਰੂਰ ਪਵਾਓ, ਆਪ ਵੀ ਕਛਹਿਰੇ ਪਹਿਨੋ। ਕਛਹਿਰਾ ਤਾਂ ਜਾਤ ਸਾਧ ਦੀ ਨਿਸ਼ਾਨੀ ਹੈ। ਕਛਹਿਰੇ ਤਾਂ ਪਾਓ ਭਾਈ, ਕਛਹਿਰੇ ਤੋਂ ਬਗੈਰ ਮਰਜ਼ਾਦਾ ਕਾਹਦੀ ਹੋਈ। ਮੈਨੂੰ ਮਾਫ ਕਰਨਾ। ਕੜਾ ਵੀ ਹੋਣਾ ਚਾਹੀਦਾ, ਆਪਦੇ ਬੱਚਿਆਂ ਦੇ ਹੱਥ ਵਿੱਚ ਸਰਬਲੋ ਦਾ ਕੜਾ ਪਾਓ। ਛਾਪਾ ਬੰਦਰੀਆਂ ਦੇ ਸ਼ੌਂਕ ਨੇ, ਪਰ ਕੜਾ ਲਾਜ਼ਮੀ ਹੋਣਾ ਚਾਹੀਦਾ। ਕੰਘਾ ਵੀ ਰੱਖੋ। ਵਿਆਹਾਂ ਸ਼ਾਦੀਆਂ ਦੇ ਬਾਹਰ ਅੰਦਰ ਆਪਾਂ ਕੰਘੀ ਲੱਭਾਂਗੇ ਜੂਆਂ ਨਾਲ ਭਰੀ ਹੋਈ, ਕਿਸੇ ਦੀ ਵਰਤਣ ਤੋਂ ਬਿਮਾਰੀ ਜੜੂ ਲੱਗੂਗੀ। ਨਹੀਂ ਗਾਤਰਾ ਪਾਉਣਾ ਨਾ ਪਾਓ, ਆਪਦੇ ਘਰ ਰਾਜੀ ਰਹੋ। ਪਰ ਕੰਘਾ ਵੀ ਜ਼ਰੂਰੀ ਹੈ, ਕੜਾ ਵੀ ਜ਼ਰੂਰੀ ਹੈ, ਕਛਹਿਰਾ ਵੀ ਜ਼ਰੂਰੀ ਹੈ। ਫਿਰ ਰਾਹ ਦੇ ਵਿੱਚ ਆਉਂਦਿਆਂ ਜਾਂਦਿਆਂ ਕਿਤੇ ਰੱਬ ਨਾ ਕਰੇ ਕੋਈ ਐਰਾ ਗੈਰਾ ਦਿਮਾਗ ਫਿਰਿਆ ਬੰਦਾ ਕੋਈ ਰਾਹ ਘੇਰ ਕੇ ਖਲੋ ਜਾਏ, ਕੋਈ ਰਾਤ ਬਰਾਤੇ 100 ਰਾਹ ਖਹਿੜਾ। ਸ਼ਸਤਰ ਦਾ ਹੋਣਾ ਚਾਹੀਦਾ। ਕਿਰਪਾਨ ਵੀ ਲਾਜ਼ਮੀ ਹੈ। ਕਿਰਪਾਨ ਬਾਣ ਧਾਰੀਆਂ ਕਰੋੜ ਪਾਪ ਟਾਰੀਆਂ। ਇਸ ਲਈ ਰਹਿਣੀ ਰਹਿ ਸੋਈ ਸਿੱਖ ਮੇਰਾ। ਮਹਾਰਾਜ ਨੇ ਵਾਧੂ ਕੁਛ ਨਹੀਂ ਦਿੱਤਾ ਹੋਇਆ, ਸਭ ਜ਼ਰੂਰਤ ਵਾਲੇ ਇਹ 5 ਕਕਾਰ ਨੇ। ਕੇਸਾਂ ਤੋਂ ਬਗੈਰ ਤਾਂ ਸਾਡੀ ਪਹਿਚਾਣ ਹੀ ਨਹੀਂ ਹੈ। ਸਰਦਾਰੀਆਂ ਮਹਾਰਾਜ ਨੇ ਕੁਰਬਾਨੀਆਂ ਕਰਕੇ ਲੈ ਕੇ ਦਿੱਤੀਆਂ, ਸਰਦਾਰ ਦੀ ਸ਼ੋਭਾ ਹੀ ਬੜੀ ਹੈ। ਇਸ ਲਈ ਪੱਗ ਵਾਲੇ ਦੀ ਪਰਸਨੈਲਿਟੀ ਹੈ, ਜੇ ਸਿੱਖਾਂ ਦੇ ਘਰ ਦਾ ਜਨਮ ਹੈ। ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਰਹਿਤ ਬਿਨਾ ਨੇ ਸਿੱਖ ਕਹਾਵੇ, ਰਹਿਤ ਬਿਨਾ ਦਰ ਚੋਟਾਂ ਖਾਵੇ। ਪਰ ਮਨਮੁਖ ਖੁੱਲ੍ਹ ਕੇ ਨਿਸ਼ੰਗ ਹੋ ਕੇ ਜ਼ਹਿਰ ਨੂੰ ਖਾਂਦੇ ਨੇ, ਵਿਸ਼ਿਆਂ ਨੂੰ ਭੋਗਦੇ ਨੇ। ਗੁਰਮੁਖ ਹੋਏ ਸੂਰਾਚੈ ਪਰ ਨਾਇ, ਜਿਹੜੇ ਗੁਰਮੁਖ ਹੁੰਦੇ ਨੇ ਉਹ ਪਰਮਾਤਮਾ ਦੇ ਨਾਮ ਦੇ ਵਿੱਚ ਰਚੇ ਮਿਚੇ ਰਹਿੰਦੇ ਹਨ। ਅੰਧਾ ਬੂਲਾ ਮੁਗਧ ਗਵਾਰ, ਇਹ ਜੀਵ ਵੈਰਾਗ ਵਿਵੇਕ ਰੂਪੀ ਨੇਤਰਾਂ ਤੋਂ ਰਹਿਤ ਅੰਨਾ ਹੈ। ਸ਼ਰਧਾ ਤੇ ਵਿਸ਼ਵਾਸ ਰੂਪ ਕੰਨਾਂ ਤੋਂ ਬਿਨਾਂ ਬੋਲਾ, ਪੂਰਵਕ ਗਿਆਨ ਤੋਂ ਬਿਨਾਂ ਮੂਰਖ ਹੈ। ਅਤੇ
ਅਪਰੋਖ ਗਿਆਨ ਤੋਂ ਬਿਨਾ ਬੇਸਮਝ ਹੋ ਰਿਹਾ ਹੈ। ਹੀਣਾ ਨੀਚ ਬੁਰਾ ਬੁਰਿਆਰ ਗੁਣਾਂ ਤੋਂ ਨਿਸ਼ਕਾਮ ਕਰਮਾਂ ਤੋਂ ਹੀਣ ਕਾਮ ਕ੍ਰੋਧ ਆਦਿਕ ਵਿਕਾਰਾਂ ਦੀ ਸੰਗਤ ਕਰਕੇ ਨੀਚ ਅਤੇ ਬੁਰਿਆਂ ਤੋਂ ਬੁਰਾ ਹੋ ਰਿਹਾ ਹੈ। ਨੀ ਧਨ ਕਾ ਧਨ ਨਾਮ ਪਿਆਰਾ ਹੇ ਪ੍ਰਭੂ ਮੈਂ ਨਿਰਧਨ ਨੂੰ ਤੇਰੇ ਨਾਮ ਰੂਪੀ ਧਨ ਦੇ ਨਾਲ ਹੀ ਪਿਆਰ ਹੈ। ਧਨ ਸਾਰ ਹੋਰ ਵਿਖਿਆ ਛਾਰ ਇਹ ਨਾਮ ਰੂਪੀ ਧਨ ਹੀ ਸ੍ਰੇਸ਼ਟ ਹੈ, ਹੋਰ ਮਾਇਕੀ ਧਨ ਸਵਾਰੂਪ ਹੀ ਹੈ। ਤਤ ਨਿੰਦਾ ਸ਼ਬਦ ਵਿਚਾਰ ਇਹ ਉਪਦੇਸ਼ ਦੀ ਵਿਚਾਰ ਕਰਕੇ ਵਡਿਆਈ ਅਤੇ ਅਪਕੀਰਤੀ ਇੱਕ ਸਮਾਨ ਹੀ ਜਾਣਨਾ ਕੀਤੀ, ਮਤਲਬ ਤਿਆਗਣਾ ਕੀਤੀ ਹੈ। ਜੋ ਦੇਵੈ ਤਿਸ ਕਾ ਜੈਕਾਰ ਉਹ ਸਤਿਗੁਰੂ ਜੀ ਨਾਮ ਗਿਆਨ ਮੁਕਤ ਭੁਗਤ ਆਦਿਕ ਪਦਾਰਥ ਦੇਣਾ ਕਰਦੇ ਨੇ, ਤਿੰਨਾਂ ਗੁਰਾਂ ਨੂੰ ਜੈਕਾਰ ਨਮਸਕਾਰ ਹੈ, ਨਮਸਕਾਰ ਹੈ। ਅਸੀਂ ਤਾਂ ਐਵੇਂ ਝੂਠ ਬੋਲੀਏ, ਭੁੱਖੇ ਮਰਦੇ ਗੁਰਦੁਆਰੇ ਆਏ ਸੀਗੇ ਤੇ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ, ਬੜੀ ਖੁਸ਼ਹਾਲੀ, ਮਹਾਰਾਜ ਨੇ ਸਭ ਕੁਝ ਹੀ ਦਿੱਤਾ ਹੋਇਆ ਹੈ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰ ਸਾ ਬਿਦ ਤੁਮ ਹਰ ਜਾਣੋ ਆਪੇ। ਧੰਨ ਗੁਰੂ ਰਾਮਦਾਸ ਜੀ ਦਾ ਬਚਨ ਹੈ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਬੂਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ। ਚੌਂ ਬੰਦਿਆਂ ਦੇ ਵਿੱਚ ਮਾਂ ਪਿਓ ਨੂੰ ਫਿਕਰ ਸੀਗਾ ਵੀ ਬੰਦਾ ਖਲੋ ਕੇ ਗੱਲ ਨਹੀਂ ਕਰ ਸਕਦਾ। ਅਜੇ ਵੀ ਕੋਈ ਸਵਾਲ ਪਾ ਦੇ ਜਾਂ ਕੋਈ ਕਹੇ ਵੀ ਕੋਈ ਬੋਲੋ, ਆਮ ਕੋਈ ਗੱਲ ਨਹੀਂ ਆਉਂਦੀ, ਚੌਂ ਬੰਦਿਆਂ 'ਚ ਖੜੋਗੇ ਅਤੇ ਗੁਰਦੁਆਰੇ ਜੈ ਜੈਕਾਰ, ਭਾਵੇਂ ਸਾਰੀ ਦਿਹਾੜੀ ਸਪੀਕਰ ਅੱਗੇ ਬਿਠਾਈ ਰੱਖੋ, ਲੜੀ ਨਹੀਂ ਟੁੱਟਣ ਦਿਆਂਗੇ। ਅਤੇ ਸਾਡੀ ਕੋਈ ਬਾਤ ਨਹੀਂ ਸੀ ਪੁੱਛਦਾ। ਇੱਥੇ ਹੁਣ ਮਹਾਰਾਜ ਦੀ ਬਾਣੀ ਨਾਲ ਹੋਰ ਨਹੀਂ ਕੁਝ, ਜੀ ਤਾਂ ਲੱਗਾ ਹੀ ਹੋਇਆ, ਜੈ ਜੈਕਾਰ ਹੈ, ਗੁਰੂ ਸਾਹਿਬ ਦੀ ਕਿਰਪਾ। ਇਸ ਵਾਸਤੇ ਇਹ ਮਹਾਰਾਜ ਅਸੀਂ ਤਾਂ ਰੁਲਦੇ ਫਿਰਦੇ ਸੀਗੇ, ਸਾਡੀ ਕੋਈ ਬਾਤ ਨਹੀਂ ਸੀ ਪੁੱਛਦਾ। ਜਿਹੜਾ ਕੰਮ ਨੂੰ ਹੱਥ ਪਾਉਣਾ ਫੇਲ, ਜਿਹੜੇ ਕੰਮ ਨੂੰ ਹੱਥ ਪਾਉਣਾ ਫੇਲ। ਸ਼ਾਇਦ ਖਬਰਿਆ ਮਹਾਰਾਜ ਨੂੰ ਇਹੀ ਚੰਗਾ ਲੱਗਦਾ, ਕਿਸੇ ਕੰਮ 'ਚ ਪਾਸ ਹੋਣ ਹੀ ਨਹੀਂ ਦਿੰਦਾ ਵੀ ਇਹੀ ਕੰਮ ਸਹੀ ਹੈ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਜਿਹੜਾ ਰੱਬ ਦਿੰਦਾ ਹੈ ਉਹਨੂੰ ਮੱਥਾ ਟੇਕ ਕੇ 7 ਵਚਨ ਕਰਕੇ ਮੰਨ ਲਓ ਵੀ ਸਾਡੇ ਕਰਮਾਂ 'ਚ ਮਹਾਰਾਜ ਨੇ ਇਹੀ ਕੁਝ ਲਿਖਿਆ, ਸਾਨੂੰ ਬਖਸ਼ਿਆ, ਸਭ ਕੁਝ ਹੀ ਦਿੱਤਾ। ਜਾਂਦੇ ਘਾਟ ਹੋਵੇ ਅਤੇ ਜੈ ਜੈਕਾਰ ਕਰੋ, ਖੁਸ਼ ਰਹੋ। ਤੂੰ ਬਖਸ਼ਹਿ ਜਾਤ ਪਤ ਹੋਇ। ਹੇ ਪ੍ਰਮਾਤਮਾ, ਜੇਕਰ ਤੂੰ ਨਾਮ ਬਖਸ਼ ਦੇਵੇਂ ਤਾਂ ਹੀ ਉੱਚੀ ਜਾਤੀ ਅਤੇ ਪ੍ਰਤਿਸ਼ਠਾ ਉੱਤਮ ਹੁੰਦੀ ਹੈ। ਇਸੇ ਬਖਸ਼ ਪ੍ਰਕਾਰ ਤੂੰ ਬਖਸ਼ਹਿ ਜਾਤ ਪਤ ਹੋਇ। ਜਿਸ ਨੂੰ ਬਖਸ਼ ਲੈ ਹੈ ਮੇਰੇ ਪਿਆਰੇ, ਸੋ ਜਸ ਦੀਰਾ ਗਾਵੇ। ਹੇ ਪ੍ਰਭੂ, ਜਿਸ ਨੂੰ ਤੂੰ ਬਖਸ਼ ਲੈਂਦਾ ਉਸ ਦੀ ਅਚੁੱਤ ਗੁਲ ਵਾਲੀ ਜਾਤੀ ਅਤੇ ਕਾਮ ਆਦਿਕ ਵਿਕਾਰਾਂ ਤੋਂ ਰਹਿਤ ਇੱਜ਼ਤ ਹੁੰਦੀ ਹੈ। ਨਾਨਕ ਕਹੈ ਕਹਾਵੈ ਸੋ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਉਹ ਮਨੁੱਖ ਆਪ ਤੇਰੇ ਨਾਮ ਨੂੰ ਕਹਿੰਦਾ ਅਤੇ ਹੋਰਨਾਂ ਤੋਂ ਕਹਾਉਂਦਾ, ਭਾਵ ਆਪ ਜਪਦਾ ਅਤੇ ਹੋਰਨਾਂ ਤੋਂ ਜਪਾਉਂਦਾ ਰਹਿੰਦਾ ਹੈ। ਆਪ ਜਪੋ ਅਵਰਾ ਨਾਮ ਜਪਾਵੋ, ਜਾਂ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਾ ਨਾਮ ਜਪਾਵੈ। ਭਾਤੀ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪ੍ਰਭਾਤੀ ਰਾਗ ਅੰਦਰ ਬਖਸ਼ਿਸ਼ਾਂ ਰਹਿਮਤਾਂ ਵਰਤਾ ਰਹੇ ਨੇ। ਆਇਆ ਮੈਲ ਵਧਾਇਆ। ਸਾਡਾ ਕੰਮ ਕੀ ਆ? ਆਪਾਂ ਦੂਸਰਿਆਂ ਵੱਲ ਤਾਂ ਵੇਖਦੇ ਹਾਂ, ਫਲਾਣੇ ਨੇ ਉਹ ਨਹੀਂ ਕੀਤਾ, ਆਹ ਨਹੀਂ ਕੀਤਾ, ਉਹ ਤੂੰ ਇੰਝ ਨਹੀਂ ਕਰਦਾ, ਉਂਝ ਨਹੀਂ ਕਰਦਾ, ਟੋਕਾ ਟਕਾਈ ਬਹੁਤੀ ਕਰਦੇ ਆ। ਪਰ ਜੇ ਬੰਦਾ ਪੁੱਛੇ ਵੀ ਤੂੰ ਕੀ ਕੀਤਾ, ਇੱਕੋ ਹੀ ਕੰਮ ਹੈ, ਖਾ ਲਿਆ ਭੋਗ ਲਿਆ,
ਅਨੇਕਾਂ ਪਦਾਰਥਾਂ ਨੂੰ ਖਾ ਖਾ ਕੇ ਜੀਵ ਨੇ ਧਰਤੀ ਦੇ ਉੱਪਰ ਗੰਦਗੀ ਨੂੰ ਹੀ ਵਧਾਉਣਾ ਕੀਤਾ ਹੈ। ਆਂਦਾ ਘਰ ਕੀ ਹਾਣ ਜੇਕਰ ਬਸਤਰ ਪਹਿਰ ਨਾ ਕੀਤੇ ਤਾਂ ਵੀ ਘਰ ਦੀ ਹਾਨੀ ਕੀਤੀ ਹੈ। ਜਾਂ ਪਰਮਾਤਮਾ ਦੇ ਨਾਮ ਨੂੰ ਭੁਲਾ ਕੇ ਜੀਵ ਨੇ ਪਦਾਰਥਾਂ ਨੂੰ ਖਾਧਾ ਅਤੇ ਵਿਸ਼ਤਾ ਜਾਂ ਪੇਟ ਨੂੰ ਹੀ ਵਧਾਉਣਾ ਕੀਤਾ। ਫਿਟ ਅਵੇਹਾ ਜੀਵਿਆ ਜਿਤ ਖਾਈ ਵਧਾਇਆ ਪੇਟ। ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਣ ਹੇਤ। ਅਤੇ ਬਸਤਰ ਪਹਿਨ ਕਰਕੇ ਆਪਣੇ ਸਰੀਰ ਉਪਕਾਰ ਦੀ ਹਾਨੀ ਹੀ ਕੀਤੀ ਹੈ। ਭਾਵ ਚਮਕੀਲੇ ਭੜਕੀਲੇ ਬਸਤਰ ਪਹਿਨ ਕੇ ਮਨ ਵਿਕਾਰੀ ਹੋ ਜਾਂਦਾ ਹੈ। ਮਨ ਦੇ ਵਿਕਾਰੀ ਹੋਣ ਕਾਰਨ ਆਪਣੇ ਜੀਵਨ ਨੂੰ ਗੰਦਾ ਕਰਕੇ ਅਤੇ ਸਰੀਰ ਦੀ ਹਾਨੀ ਕਰਦਾ ਹੈ। ਜਿਹੜਾ ਜਪੀ ਤਪੀ ਮਹਾਂਪੁਰਖ ਹੈ, ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੇ ਦਰਸ਼ਨ ਕਰਦੇ ਰਹੇ ਹਾਂ। ਬਾਬਾ ਠਾਕੁਰ ਸਿੰਘ ਸਾਹਿਬ ਜੀ, ਉਹਨਾਂ ਦੇ ਦਰਸ਼ਨ ਕਰਦੇ ਰਹੇ ਹਾਂ। ਉਹਨਾਂ ਦੇ ਸਰੀਰ ਬਿਲਕੁਲ ਸੁੱਤੇ ਹੋਏ ਤੀਲੇ ਵਰਗੇ ਸੀਗੇ। ਸੋ ਜਪ ਤਪ ਕਰਦੇ ਹੁੰਦੇ ਦਿਨ ਰਾਤ। ਜਿਸ ਬੰਦੇ ਨੇ 1 ਵਜੇ ਤੋਂ ਬਾਅਦ ਸੌਣਾ ਹੀ ਨਹੀਂ, ਸਾਰੀ ਸਾਰੀ ਦਿਹਾੜੀ ਚੱਲ ਸੋ ਚੱਲ, ਅਤੇ ਫਿਰ ਤਾਂ ਚੜ੍ਹਦੀ ਕਲਾ ਰਹਿਣੀ ਆ। ਖਾ ਕੇ ਸੌਣ ਦੇ ਨਾਲ ਹੀ ਸਭ ਕੁਛ ਬਾਅਦ ਘਾਟ ਪੈਦਾ ਹੁੰਦੀ ਹੈ। ਇਸ ਲਈ ਸੇਵਾ ਸਿਮਰਨ ਵਾਲੇ ਤਾਂ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦੇ ਨੇ। ਬਕ ਬਕ ਬਾਦ ਚਲਾਇਆ ਇੱਕ ਤਾਂ ਖਾ ਕੇ ਤੇ ਮੈਲੇ ਸਰੀਰ ਨੂੰ ਵਧਾਇਆ, ਪੇਟ ਵਧਾ ਲਿਆ, ਤੇ ਜਾਂ ਮੈਲ ਗੰਦਗੀ ਨੂੰ ਵਧਾਇਆ, ਤੇ ਬਸਤਰ ਪਹਿਨ ਕੇ ਸਰੀਰ ਰੂਪੀ ਘਰ ਦੀ ਹਾਨੀ ਕਰ ਲਈ। ਫਿਰ ਅਨੇਕਾਂ ਚੰਗੇ ਮੰਦੇ ਬਚਨਾਂ ਨੂੰ ਬੋਲ ਬੋਲ ਕੇ ਝਗੜਾ ਹੀ ਚਲਾਉਣਾ ਕੀਤਾ। ਮਤਲਬ ਬਖਤਾ ਬਣ ਕੇ ਵਿਅਰਥ ਬਕਵਾਸ ਨੂੰ ਹੀ ਚਲਾਉਣਾ ਕੀਤਾ। ਗੁਰਬਾਣੀ ਦੀ ਕਥਾ, ਗੁਰਬਾਣੀ ਦਾ ਪਾਠ ਤਾਂ ਕੀਤਾ ਹੀ ਨਹੀਂ, ਹੋਰ ਹੀ ਉਲਟੀਆਂ ਸਿੱਧੀਆਂ ਗੱਲਾਂ ਮਾਰਦੇ ਰਹੇ। ਇਸ ਤਰ੍ਹਾਂ ਦੇ ਪ੍ਰਚਾਰ ਦਾ, ਇਸ ਤਰ੍ਹਾਂ ਦੀਆਂ ਗੱਲਾਂ ਦਾ ਕੋਈ ਲਾਭ ਨਹੀਂ ਹੈ। ਨਾਵੈ ਬਿਖ ਜਾਣਾ। ਇਸ ਕਰਕੇ हे ਭਾਈ, ਪਰਮਾਤਮਾ ਦੇ ਨਾਮ ਤੋਂ ਬਿਨਾਂ ਖਾਣਾ, ਪਹਿਰਨਾ, ਬੋਲਣਾ ਜ਼ਹਿਰ ਰੂਪ ਹੀ ਜਾਣਨਾ ਕਰੋ। ਉਹਨਾਂ ਨੂੰ ਵਿਸ਼ਿਆਂ ਵਿੱਚ ਹੀ ਲੱਗਿਆ ਜਾਣਨਾ ਕਰੋ। ਬਾਬਾ हे ਭਾਈ, ਐਸਾ ਬਿਖਮ ਜਾਲ ਮਨ ਵਾਸਿਆ। ਅਜਿਹਾ ਮਾਇਆ ਦਾ ਮੋਹ ਰੂਪੀ ਕਠਿਨ ਜਾਲ ਹੈ ਜਿਸ ਵਿੱਚ ਮਨ ਵਸਿਆ ਪਿਆ ਹੈ, ਫਸਿਆ ਪਿਆ ਹੈ। ਖਾਣਾ ਪੀਣਾ, ਹੱਸਣਾ ਸੌਣਾ, ਵਿਸਰ ਗਿਆ ਹੈ ਮਰਨਾ। ਖਸਮ ਇਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ। ਇਹੋ ਜਿਹੀ ਜੀਵਨ ਨੂੰ ਤ੍ਰਿਗਾਕਾਰ ਰਹਿਣਾ ਤਾਂ ਹੈ ਨਹੀਂ। ਕਹਿੰਦੇ ਖਾਧਾ ਪੀਤਾ ਲਾਹੇ ਲਾ ਦਮ ਦਾ ਕੀ ਵਸਾ। ਇਸ ਲਈ ਥੋੜ੍ਹੀ ਦਮ ਦਿੱਤਾ ਰੱਬ ਨੇ ਵੀ ਖਾਓ ਪੀਓ ਮੌਜਾਂ ਮਾਣੋ। ਖਾਣਾ ਪੀਣਾ ਤਾਂ ਭਗਤੀ ਵਾਸਤੇ। ਧਰਤੀ ਵੀ ਕਹਿੰਦੇ ਕਬੀਰ ਧਰਤੀ ਸਾਧਕੀ, ਸਾਧੂ ਸੰਤਾਂ ਨੂੰ ਧਰਮ ਕਮਾਉਣ ਲਈ ਮਹਾਰਾਜ ਨੇ ਦਿੱਤੀ ਹੈ ਕਿ ਨਾਮ ਜਪੋ, ਜਪ ਤਪ ਕਰੋ। ਇਹ ਖਾਣਾ ਪੀਣਾ ਵੀ ਸਰੀਰ ਦੀ ਪਰਵਿਸ਼ ਵਾਸਤੇ ਹੈ। ਅਤੇ ਜੇਕਰ ਨਾਮ ਨਹੀਂ ਜਪਿਆ ਫਿਰ ਕੋਈ ਲਾਭ ਨਹੀਂ। ਪ੍ਰਾਣੀ ਇੱਕੋ ਨਾਮ ਧਿਆਵੋ, ਆਪਣੀ ਪਤ ਸੇਤੀ ਕਰ ਜਾਵੋ। ਸੋ ਰਹਿਣ ਗਵਾਈ ਸੋਈ ਕੈ, ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਨਾਮ ਨ ਜਾਣਿਆ ਰਾਮ ਕਾ, ਮੂੜੇ ਫਿਰ ਪਾਛੈ ਪਛਤਾਏ ਰੇ। ਬੀਬਲ ਝਾਗ ਸਹਿਜ ਪਰਗਾਸਿਆ। ਇਹ ਮਨ ਮਾਇਆ ਦੇ ਮੋਹ ਵਿੱਚ ਫਸਿਆ ਪਿਆ। ਇਸ ਮੋਹ ਦੇ ਜਾਲ ਤੋਂ ਵਿਸ਼ੇਸ਼ ਕਰਕੇ ਵਿਵੇਕ ਦੇ ਬਲ ਜ਼ੋਰ ਨਾਲ ਜਿਹੜੇ ਲੰਘ ਗਏ ਨੇ, ਜਾਂ ਜਿਹੜੇ ਦਵੈਤ ਦੇ ਬਲ ਨੂੰ ਲੰਘ ਗਏ, ਉਹਨਾਂ ਨੂੰ ਗਿਆਨ ਦਾ ਪ੍ਰਕਾਸ਼ ਹੋਇਆ ਹੈ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ ਕਈ ਭੀੜਾਂ। ਭਾਈ ਬੰਨੋ ਆਦਿਕ ਦੇ ਵਿੱਚ ਬਿਬਲ ਦੀ ਜਗ੍ਹਾ ਬਿਮਲ ਪਾਠ ਵੀ ਆਇਆ, ਜਿਸ ਦਾ ਅਰਥ ਹੈ ਕਿ ਜੋ ਬੇਵਿਸ਼ੇਸ਼ ਕਰਕੇ ਮੈਲ ਰੂਪ ਕਾਮ ਕ੍ਰੋਧ ਆਦਿਕ ਵਿਕਾਰਾਂ ਤੋਂ ਲੰਘ ਗਏ, ਉਹਨਾਂ ਨੂੰ ਸਹਿ ਸਰੂਪ ਦਾ ਪ੍ਰਕਾਸ਼ ਹੋਇਆ ਹੈ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਬਿਖ ਖਾਣਾ ਬਿਖ ਬੋਲਣਾ। ਸਾਡਾ ਖਾਣਾ ਵੀ ਜ਼ਹਿਰ ਹੈ, ਦੁੱਧ ਵੀ ਖਾਧਾ ਪੀਣਾ,
ਪਨੀਰ ਵੀ ਕਾਹਦਾ ਖਾਣਾ, ਸਭ ਸਿੰਥੈਟਿਕ ਹੈ, ਪਤਾ ਨਹੀਂ ਕੀ ਵਿੱਚ ਘੋਲਿਆ ਹੋਇਆ। ਆ ਗੋਭੀ ਸਬਜ਼ੀਆਂ ਦੇ ਉੱਪਰ ਵੀ ਯੂਰੀਆ ਜ਼ਹਿਰ ਛਿੜਕੀ ਹੋਈ ਹੈ। ਕੀ ਬੰਦਾ ਖਾਏਗਾ, ਕਿਹੜੀ ਖੁਰਾਕ ਖਾਏਗਾ? ਖਾਣਾ ਵੀ ਜ਼ਹਿਰ ਹੈ। ਜਾਂ ਪ੍ਰਤੱਖ ਜ਼ਹਿਰ ਖਾਂਦੇ ਆ, ਸ਼ਰਾਬਾਂ ਕਬਾਬਾਂ ਆਦਿ ਜਾਂ ਵਿਸ਼ਿਆਂ ਦੀ ਜ਼ਹਿਰ ਨੂੰ ਖਾਣਾ ਮਤਲਬ ਭੋਗਦੇ ਆ। ਅਤੇ ਸਾਡਾ ਜਿਹੜਾ ਬੋਲਣਾ ਹੈ ਇਹ ਜ਼ਹਿਰ ਰੂਪੀ ਬਚਨਾਂ ਦਾ ਬੋਲਣਾ ਕਰਦੇ ਆ। ਮਤਲਬ ਜ਼ਹਿਰ ਰੂਪ ਜਿਹੜੇ ਵਿਸ਼ੇ ਵਿਕਾਰ ਨੇ ਉਹਨਾਂ ਵਿੱਚ ਖਚਤ ਕਰਨ ਵਾਲੇ ਗੰਦੇ ਮੰਦੇ ਬਚਨ ਬੋਲਦੇ ਆ। ਇੱਕ ਕੀ ਕਾਰ ਵਿਸ਼ਿਆਂ ਦੀ ਕਮਾਈ, ਜ਼ਹਿਰ ਨੂੰ ਹੀ ਕਮਾਉਣਾ ਕਰਦੇ ਹਾਂ। ਜਮਦਰ ਬਾਦੇ ਮਾਰਿਆ ਅੰਤ ਹੈ, ਨੂੰ ਜ਼ਮ ਦੇ ਦੁਆਰੇ ਤੇ ਸੰਗ ਨਾਲ ਵੱਜੇ ਹੋਏ ਮਾਰੇ ਜਾਂਦੇ ਨੇ ਮਨਮੁਖ। ਝੂਟਸ ਸਾਚੈ ਨਾਈ, ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਨਾਮ ਜਪਣ ਕਰਕੇ ਛੁੱਟ ਸਕੀਦਾ। ਜੋ ਸੱਚੇ ਨਾਮ ਦੇ ਚ ਲੱਗੇ ਨੇ ਉਹ ਛੁੱਟੇ ਹਨ। ਜਿਵ ਆਇਆ ਤਿਵ ਜਾਏ ਸੀ, ਇਹ ਜੀਵ ਜਿਵੇਂ ਖਾਲੀ ਹੱਥ ਆਇਆ ਸੀ ਉਵੇਂ ਖਾਲੀ ਹੱਥੀ ਹੀ ਚਲਿਆ ਜਾਂਦਾ ਹੈ। ਯਾ ਲਿਖ ਲੈ ਜਾ, ਕੇਵਲ ਚੰਗਾ ਮੰਦਾ ਕੀਤਾ ਹੋਇਆ ਕਰਮ ਆਪਣੇ ਹਿਰਦੇ ਰੂਪ ਕਾਗਜ਼ ਤੇ ਲੈ ਕੇ ਲੈ ਜਾਂਦਾ ਹੈ ਜਾਂ ਚਿੱਤਰਗੁਪਤ ਲੈ ਕੇ ਲੈ ਜਾਂਦੇ ਨੇ। ਮਨ ਮੁਖ ਮੂਲ ਗਵਾਇਆ, ਮਨਮੁਖਾਂ ਨੇ ਆਪਣਾ ਮੁੱਢ ਰੂਪ ਪਰਮਾਤਮਾ ਦੇ ਨਾਮ ਜਾਂ ਮੂਲ ਰੂਪ ਸਵਾਸਾਂ ਉਹਨਾਂ ਨੂੰ ਬੁਰੇ ਪਾਸੇ ਲਾ ਕੇ ਗਵਾ ਲਿਆ ਹੈ। ਦਰਗਾਹ ਮਿਲੈ ਇਸ ਸਜਾਈ, ਲਈ ਉਹਨਾਂ ਨੂੰ ਦਰਗਾਹ ਦੇ ਵਿੱਚ ਸਜ਼ਾ ਮਿਲੇਗੀ। ਜਗ ਖੋਟਾ ਸੱਚ ਨਿਰਮਲਾ, ਇਹ ਸੰਸਾਰ ਵਿਸ਼ਿਆਂ 'ਚ ਲੱਗਾ ਹੋਣ ਕਰਕੇ ਖੁਟਿਆਈ ਵਾਲਾ ਖੋਟਾ ਹੈ, ਸੱਚਾ ਪਰਮਾਤਮਾ ਉਜਲ ਹੈ। ਸਬਦੀ ਵਿਚਾਰ, ਉਪਦੇਸ਼ ਦੀ ਵਿਚਾਰ ਦੁਆਰਾ ਉਹ ਹਰੀ ਪ੍ਰਾਪਤ ਹੁੰਦਾ ਹੈ। ਖੋਟੇ ਖਰੇ ਪਰਖੀਆਂ ਤੇ ਸੱਚਾ ਦਰਬਾਰ, ਇਹ ਨਰ ਵਿਰਲੇ ਜਾਣੀਆ ਹੈ, ਉਹ ਪੁਰਖ ਸੰਸਾਰ 'ਚ ਟਾਵੇਂ ਟਾਵੇਂ ਜਾਣੀਦੇ ਨੇ। ਜਿਨ ਅੰਤਰ ਗਿਆਨ ਮੁਰਾਰ, ਜਿਨ੍ਹਾਂ ਦੇ ਹਿਰਦੇ ਅੰਦਰ ਮੁਰਾਰੀ ਪਰਮਾਤਮਾ ਦਾ ਗਿਆਨ ਵਸਿਆ ਹੈ। ਜਰ ਜਰ ਨਿਜਰ ਚਰੈ, ਜਰਨ ਤੋਂ ਰਹਿਤ ਕਾਮ ਕਰੋ ਆਦਿਕ ਵਿਕਾਰਾਂ ਨੂੰ ਜਰਨਾ ਪਾਪ ਰੋਕਣਾ ਕਰੇ ਜਾਂ ਅਜਰ ਅਵਸਥਾ ਨੂੰ ਜਰੇ ਤਾਂ ਇੱਕ ਰਸ ਬ੍ਰਹਮਾਨੰਦ ਦਾ ਚਰਨਾ ਚਰਦਾ ਹੈ। ਅਮਰ ਆਨੰਦ ਸਰੂਪ, ਅਤੇ ਜੀਵ ਅੰਮ੍ਰਿਤ ਆਨੰਦ ਸਰੂਪ ਬਣ ਜਾਂਦਾ ਜਾਂ ਆਨੰਦ ਸਰੂਪ ਨੂੰ ਪਾ ਕੇ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ। ਇੱਥੇ ਸ਼ਬਦ ਸੰਪੂਰਨ ਹੋਇਆ ਹੈ ਜੀ। ਹਾਂਜੀ। ਨਾਨਕ ਜਲ ਕਉ ਮੀਨ ਸੈ, ਸਤਿਗੁਰੂ ਨਾਨਕ ਦੇਵ ਮਹਾਰਾਜ ਕਥਨ ਕਰਦੇ ਕਿ हे ਪ੍ਰਭੂ ਸਾਡਾ ਜੀਵ ਤੇਰੇ ਨਾਮ ਰੂਪੀ ਪਾਣੀ ਦਾ ਮੱਛ ਹੈ। ਤੇ ਭਾਵੈ ਰਾਖੋ ਪ੍ਰੀਤ, ਜਿਵੇਂ ਤੈਨੂੰ ਭਾਉਂਦਾ ਤਿਵੇਂ ਸਾਡੀ ਪ੍ਰੀਤੀ ਰੱਖਣਾ ਕਰ ਜੀ। ਰੱਖੋ ਰੱਖੋ ਕਿਰਪਾ ਧਾਰ ਤੇਰੀ ਸ਼ਰਨ ਤੇਰਾ ਦਰਬਾਰ। ਭੁੱਲਾਂ ਚੁੱਕਾ ਖਿਮਾ ਕਰੋ ਤੇ ਅੱਗੇ ਤੋਂ ਸਮਤ ਬਖਸ਼ੋ। ਇੱਕ ਜ਼ਰੂਰੀ